वाहेगुरु जी का खालसा वाहेगुरु जी की फतेह। गुरु गरीब नवाज श्री गुरु ग्रंथ साहिब जियां दी निगी गोद विच शरदा दे नाल जुड़ बैठी गुरु प्यारी सत संगत जीओ, अज भी समा प्राप्त होया एकत्र होने का। आओ इस समय नूं सफला बनाइए। गुर इतिहास के पावन प्रसंगां विचों आप जी ने सरवण किया। नाथ लोहारी पा गुरु नानक साहब जियां नूं सवाल करदा है, सतगुरां ने 10 प्रकार के प्राण किथे किथे वसदे आ। पंज तत्त, पंजे तत्तां दे सुभाव, उन्हां दे गुण बड़े विस्तार सहित सुनाए। आप जी ने भी सारा कुछ बड़े ध्यान शिदत नाल सरवण कीता है। आओ जिवे जिवे सतगुर सच्चे पातशाह जी कृपा कर रहे ने, आपां भी आनंद माणीए। पाओ प्रेम दी सांझ, गज वज के आखो जी सतनाम श्री वाहेगुरु साहिब जी। सतनाम श्री वाहेगुरु साहिब जी। सवैया श्रवण सुने गुणैन के बैन, भाई मन चैन पछान सो जाना। जिस वेले सतगुरां दे सामने बैठे सिद्धां दे विचों सिद्ध लोहारी पा सवाल जवाब करते रहे। गुरु बाबा जी ने हर सवाल का जवाब दे के सिद्ध नूं निरउत्तर कर दिता। वो सिद्ध सतगुरां तो इन्ना प्रभावित होया, नेत्र भर भर के गुरु पातशाह नूं वेखी जांदा है, मन ही मन सोचदा है, मैनूं लगदा है ये सचमुच ही कोई खुदा दी खुदाई है। साडे मत दा इन्ना ज्ञान, इन्नी समझ इन्हां नूं किवें हो सकदी? एक ते सुमेर पर्वत ते इन्नी दूरों आण चढ़े, दूजा हर चीज बारे जानते ने, क्योंकि सतगुरां ने कह दिता 25 प्रकृतियां दे किले दे विच मन रूप राजा बैठे। ये चीज़ां सिद्ध नूं प्रभावित करदियां ने। है अवतार सही करतार, निहारन को जग को न समाना। एकदम सारा ही गुस्सा दूर हो गया सिद्ध दा। किते वो चढ़ चढ़े आउंदा सी, गुस्से विच बोलदा सी, नीचा विखाउणा चाहुंदा सी। ਉਹਦੇ मन ਵਿੱਚ ਚੱਲਦਾ ਹੈ ਇਹ सचमुच कोई हरी परमात्मा वाहिगुरु ਦੇ अवतार लगदे, जिन्हां ने मेरियां गल्लां दा जवाब बड़ी सरलता नाल दिता। है कोई औखे नहीं होए, कुछ सोचिया नहीं, अंदरों खुश है, चेहरे ते मुस्कुराहट आई, महसूस हुंदा है मैनू कोई पूर्ण पुरुष मिले है। ये क्यों होया है?
ਗੁਰੂ ਬਾਬਾ ਜੀ ਦੀ ਨਜ਼ਰ ਸਵੱਲੀ ਹੋਈ ਹੈ। ਸਤਿਗੁਰਾਂ ਤੋਂ ਪਹਿਲਾਂ ਲੋਹੇ ਰੀਪੇ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਕੋਲ ਮਛੰਦਰਨਾਥ ਵੀ ਆਇਆ ਹੈ, ਗੋਰਖਨਾਥ ਵੀ ਆਇਆ ਹੈ। ਉਹ ਆਕੜਾਂ ਦੇ ਭਰੇ ਪੀਤੇ ਰਹੇ ਪਰ ਕੁਝ ਪ੍ਰਾਪਤ ਹੋਇਆ ਨਾ। ਹੋਏ ਅਧੀਨ ਬਿਨੈ ਕਰਕੇ ਸਿਰ ਨਾਇਕੇ ਦੋਨੋਂ ਬੰਦਤ ਪਾਨਾ। ਦੋਨੇ ਹੱਥ ਜੋੜ ਸਤਿਗੁਰਾਂ ਦੇ ਸਨਮੁਖ ਲੋਹਾ ਰੀਪਾ ਖੜੇ ਹੋ ਕੇ ਆਖਣ ਲੱਗੇ, ਕਹਿੰਦੇ ਬਾਬਾ ਸੱਚ ਦੱਸਾਂ ਆਇਆ ਤਾਂ ਸੀ ਮੈਂ ਤੁਹਾਨੂੰ ਜਿੱਤਣ, ਤੁਹਾਡਾ ਗੁਰੂ ਬਣਨ, ਮੈਨੂੰ ਮਾਫ ਕਰਿਓ। ਚਰਨ ਫੜ ਕੇ ਚਰਨਾਂ ਤੇ ਬੰਦਨਾ ਕਰਕੇ ਕਹਿੰਦਾ ਬਾਬਾ ਤੁਸੀਂ ਜਿੱਤੇ ਤੇ ਮੈਂ ਹਾਰਿਆ, ਆਖੋ ਸਤਿਨਾਮ। ਹੁਣ ਤੱਕ ਕਿੰਨੇ ਸਿੱਧ ਆਏ ਨੇ, ਸਾਰਿਆਂ ਚੋਂ ਇੱਕੋ ਇੱਕ ਮਹਾਂਪੁਰਖ ਨਿਤਰੇ ਨੇ, ਲੋਹਾ ਰੀਪਾ ਜੀ, ਜਿਨ੍ਹਾਂ ਦੇ ਅੰਦਰ ਇਹ ਸ਼ਰਧਾ ਜਾਗੀ, ਭਾਵਨਾ ਜਾਗੀ ਹੈ। ਗੁਰੂ ਨਾਨਕ ਸਾਹਿਬ ਨੂੰ ਪਛਾਣ ਗਏ ਨੇ, ਕਿਉਂਕਿ ਪਛਾਣਦੇ ਤੇ ਤੋਂ ਪਹਿਲਾਂ ਵਾਲੇ ਵੀ ਸੀ, ਉਹਨਾਂ ਦੀ ਪਛਾਣ ਹੋਰ ਸੀ। ਉਹਨਾਂ ਨੂੰ ਲੱਗਦਾ ਸੀ ਮੈਥੋਂ ਵੱਡਾ ਗਿਆਨੀ, ਸਾਥੋਂ ਵੱਡਾ ਵਿਦਵਾਨ, ਸਾਥੋਂ ਵੱਡਾ ਯੋਗੀ ਕੋਈ ਕਿਵੇਂ ਹੋ ਸਕਦਾ ਹੈ। ਪਰ ਲੋਹਾ ਰੀਪਾ ਚਰਨ ਫੜ ਕੇ ਕਹਿੰਦਾ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ। ਆਦਰ ਕੀਨ ਵਿਸਾਲ ਗੁਰੂ ਚਰਿਓ ਤੁਮ ਹੋ ਸਿੱਧ ਜੋਗ ਕੇ ਖਾਨਾ। ਗੁਰੂ ਨਾਨਕ ਸਾਹਿਬ ਜੀਆਂ ਨੇ ਉਹਨੂੰ ਚਰਨਾਂ ਤੋਂ ਉਠਾਇਆ, ਬੜੇ ਅਦਬ ਦੇ ਨਾਲ ਥਾਪੜਾ ਦੇ ਕੇ ਆਪਣੇ ਕੋਲ ਬਿਠਾਇਆ, ਜਿਵੇਂ ਭਰਾਵਾਂ ਨੂੰ ਬਿਠਾਈ ਹੈ। ਮਰਦ ਕਹਿੰਦੇ ਸਿੱਧ ਜੀ ਤੁਸੀਂ ਸਿੱਧਾਂ ਦੀ ਖਾਨ ਹੋ, ਨਿਮਰਤਾ ਅਥਾਹ ਹੈ ਤੁਹਾਡੇ 'ਚ। ਬੰਦਾ ਕਿੱਡਾ ਵੀ ਗੁਣਕਾਰੀ ਹੋਵੇ, ਜੇ ਅੰਦਰ ਨਿਮਰਤਾ ਨਹੀਂ ਨਾ, ਸਾਰੇ ਦੇ ਸਾਰੇ ਗੁਣ ਜ਼ੀਰੋ ਨੇ। ਪੱਲੇ ਗੁਣ ਵੀ ਕੋਈ ਨਾ ਹੋਵੇ ਤੇ ਸੁਭਾਅ ਨਿਮਰਤਾ ਵਾਲਾ ਹੋਵੇ ਤੇ ਦਿਲ ਜਿੱਤ ਲੈਂਦਾ। ਜਦੋਂ ਲੋਹਾ ਰੀਪਾ ਸਤਿਗੁਰਾਂ ਦੇ ਸਾਹਮਣੇ ਝੁਕ ਗਿਆ, ਗੁਰੂ ਨਾਨਕ ਪਾਤਸ਼ਾਹ ਨੇ ਕੋਲ ਬਿਠਾ ਕੇ ਮਾਣ ਸਨਮਾਨ ਦਿੱਤਾ। ਕਹਿੰਦੇ ਵੱਡੇ ਹੋ ਤੁਸੀਂ, ਤੁਹਾਡੀ ਕਮਾਈ ਧਨ ਹੈ, ਅਤਿਅੰਤ ਨਿਮਰਤਾ ਹੈ ਤੁਹਾਡੇ ਵਿੱਚ, ਇਹ ਤੁਹਾਡੀ ਵਡਿਆਈ ਹੈ। ਭਲੇ ਕੇ ਪੰਕਜ ਆਨਨ ਤੇ ਇਤਿਹਾਸ ਬਣਿਓ ਮਕਰੰਦ ਸੋਹਾਇਓ। ਕਵੀ ਭਾਈ ਸੰਤੋਖ ਸਿੰਘ ਆਖਦੇ ਆ, ਕਹਿੰਦੇ ਭਾਈ ਬਾਲਾ ਜੀ ਦੀ ਰਚਨਾ ਤੋਂ ਸੁਣਿਆ ਹੋਇਆ ਇਹ ਇਤਿਹਾਸ ਸਾਨੂੰ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਬਾਲਾ ਜੀ ਇਹ ਕਥਾ ਨੂੰ ਬੜੇ ਅਦਬ ਨਾਲ ਸੁਣਾਉਂਦੇ ਆ, ਕਿਉਂਕਿ ਉਹ ਇੱਕ ਬਾਰੀਕੀ ਤੋਂ ਜਾਣੂ ਨੇ। ਉਹਨਾਂ ਸਾਰਾ ਕੁਝ ਗੁਰੂ ਬਾਬਾ ਜੀ ਦੇ ਨਾਲ ਰਹਿ ਕੇ ਅੱਖੀ ਵੇਖਿਆ ਹੋਇਆ ਏ। ਸ੍ਰੀ ਗੁਰੂ ਅੰਗਦ ਜੀ ਸੁਣ ਕੇ ਮਨ ਭੋਰ ਪਇਓ ਬਹੁਤੋ ਹੁਲਸਾਇਓ। ਭਾਈ ਸੰਤੋਖ ਸਿੰਘ ਲਿਖਦੇ ਨੇ, ਜਦੋਂ ਭਾਈ ਬਾਲਾ ਜੀ ਵਾਰ-ਵਾਰ ਪਿਆਰ 'ਚ ਭਿੱਜ ਕੇ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ, ਕਹਿੰਦੇ ਸਤਿਗੁਰਾਂ ਦੇ ਨੇਤਰ ਬੰਦ ਨੇ, ਚਿਹਰੇ ਤੇ ਮੁਸਕਰਾਹਟ ਹੈ, ਖੁਸ਼ੀ ਹੈ, ਬਿਲਕੁਲ ਲਾਲ ਸੂਹਾ ਰੰਗ ਹੋ ਗਿਆ। ਇੰਨੇ ਪਿਆਰ ਵਿੱਚ ਭਿੱਜੇ ਹੋਏ ਨੇ ਗੁਰੂ ਅੰਗਦ ਦੇ ਪਾਤਸ਼ਾਹ, ਕਹਿੰਦੇ ਸਮੇਂ ਦਾ ਹੀ ਨਹੀਂ ਪਤਾ, ਕਿੰਨਾ ਸਮਾਂ ਕਥਾ ਸੁਣਦਿਆਂ ਨੂੰ ਹੋ ਗਿਆ, ਕਿੰਨੀ ਦੇਰ ਤੋਂ ਬੈਠੇ ਹਨ। ਪ੍ਰੇਮ ਕਪੂਰ ਪ੍ਰਕਾਸ਼ ਕੀਓ ਗੁਰ ਨਾਨਕ ਰੂਪ ਕੋ ਧਿਆਨ ਲਗਾਇਓ। ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦੇ ਵਿੱਚ ਧਿਆਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਜੋੜਿਆ, ਕਿਉਂਕਿ ਆਪ ਹੀ ਤੇ ਗੁਰੂ ਨਾਨਕ ਨੇ। ਐਸੇ ਇਕਾਗਰ ਚਿੱਤ ਹੋ ਕੇ ਬੈਠੇ ਵੀ ਬਿਲਕੁਲ ਸ਼ਾਂਤ ਚਿਹਰਾ ਤੇ ਸਰੀਰ ਹੈ, ਆਸ-ਪਾਸ ਦੀ ਕੋਈ ਸੋਝੀ ਨਹੀਂ, ਸੰਗਤ ਬੈਠੀ ਹੈ ਜਾਂ ਉੱਠ ਗਈ ਹੈ। ਭਾਈ ਬਾਲਾ ਜੀ ਨੇ ਕਥਾ ਸੁਣਾਉਂਦੇ ਕਥਾ ਨੂੰ ਬ੍ਰੇਕ ਕਰਤਾ, ਰੋਕ ਦਿੱਤਾ। ਵੇਖਿਆ ਗੁਰੂ ਪਾਤਸ਼ਾਹ ਆਪਣੇ ਆਨੰਦ 'ਚ ਬੈਠੇ ਆ, ਆਪਣੇ ਧਿਆਨ ਵਿੱਚ, ਆਪਣੇ ਆਪ ਦੀ ਸੁਰਤ ਵਿੱਚ ਉਹ ਜੁੜ ਗਏ ਹਨ। ਹੋਏ ਬਧੇ ਗਏ ਤਿਹ ਕਾਲ ਭਲੇ 10 ਦੁਆਰ ਮੈਂ ਸਵਾਸ ਟਿਕਾਇਓ। ਕਹਿੰਦੇ ਸਤਿਗੁਰੂ ਦੇ ਤੋਂ ਬਦੇ ਹੋ ਗਏ, ਮਤਲਬ ਹਿਲ ਜੁਲ ਖਤਮ। ਸਰੀਰ ਏਦਾਂ ਹੋ ਗਿਆ ਜਿਵੇਂ ਧਰਤੀ ਤੇ ਕੋਈ ਬੇਜਾਨ ਫੁੱਲ ਪਿਆ ਹੋਵੇ। ਸਵਾਸ ਸਤਿਗੁਰਾਂ ਦੇ ਇਸ ਕਥਾ ਨੂੰ ਸੁਣਦੇ 10ਮ ਦੁਆਰ ਚਲੇ ਗਏ ਗੁਰੂ ਅੰਗਦ ਦੇ ਪਾਤਸ਼ਾਹ। ਹੁਣ ਜਦੋਂ ਸਵਾਸ ਚੜ ਗਏ,
ਇੱਕ ਮਿਕ ਅਭੇਦ ਹੋ ਗਏ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਉਹਨਾਂ ਦੇ ਸਰੂਪ ਦੇ ਵਿੱਚ, ਤੇ ਸਰੀਰ ਢਿੱਲਾ ਹੋ ਗਿਆ। ਸਰਾਣਾ ਲੱਗਿਆ ਸੀ, ਬਸ ਜਿੱਥੇ ਬੈਠੇ ਨੇ ਸਿੱਧ ਪੁਰਸ਼ਾਂ ਦੇ ਵਾਂਗ ਉੱਥੇ ਬੈਠੇ ਨੇ, ਨਾ ਅੱਖ ਭਰ ਕੇ, ਨਾ ਸਰੀਰ ਹਿੱਲੇ, ਨਾ ਸਾਹਾਂ ਦੀ ਆਵਾਜ਼। ਭਾਈ ਬਾਲਾ ਜੀ ਨੇ ਕਥਾ ਦੀ ਕੀਤੀ ਸਮਾਪਤੀ, ਚਰਨੀ ਮੱਥਾ ਟੇਕਿਆ। ਸੰਗਤਾਂ ਨੇ ਨੇੜੇ ਆ ਕੇ ਵੇਖਿਆ ਵੀ ਇੱਥੇ ਤੇ ਗੁਰੂ ਸਾਹਿਬ ਜੀ ਦੇ ਸਰੀਰ ਵਿੱਚ ਹਿਲਜੁਲ ਕੋਈ ਨਹੀਂ। ਏਦਾਂ ਲੱਗਦਾ ਹੈ ਜਿਵੇਂ ਸਤਿਗੁਰੂ ਪਰਲੋਕ ਗਮਨ ਕਰ ਗਏ ਹੋਣ। ਜਿਵੇਂ ਮਨੁੱਖ ਸਰੀਰ ਦਾ ਤਿਆਗ ਕਰਦਾ ਹੈ, ਦਸਮ ਦੁਆਰ ਵਿੱਚ ਸਵਾਸ ਚੜੇ ਤੋਂ ਬਾਅਦ ਸਰੀਰ ਐਸਾ ਹੀ ਹੋ ਜਾਂਦਾ ਹੈ, ਸੁਨਸਾਨ, ਬਿਲਕੁਲ ਅਡੋਲ। ਖਡੂਰ ਸਾਹਿਬ ਦੀਆਂ ਸੰਗਤਾਂ ਵਿੱਚ ਰੌਲਾ ਪੈ ਗਿਆ ਵੀ ਗੁਰੂ ਅੰਗਦ ਦੇ ਪਾਤਸ਼ਾਹ ਤੇ ਜੋਤੀ ਜੋਤ ਸਮਾ ਗਏ। ਹਾਹਾਕਾਰ ਮਚ ਗਈ, ਸੰਗਤਾਂ ਰੋ ਰਹੀਆਂ ਨੇ, ਤੜਫ ਰਹੀਆਂ ਨੇ, ਕੁਝ ਵੀ ਸਮਝ ਨਹੀਂ ਆਉਂਦਾ। ਸਰੋਤਾ ਗਏ ਉੱਠੇ ਆਪਣੇ ਧਾਮਨ, ਰਹਿਣ ਬਿਤੀ ਇੱਕ ਦਿਵਸ ਬਤਾਇਓ। ਭਾਈ ਬਾਲਾ ਜੀ ਉੱਠੇ ਨੇ, ਕਥਾ ਦੀ ਸਮਾਪਤੀ ਹੋਈ ਤੇ ਸਤਿਗੁਰਾਂ ਦੇ ਪਾਸ ਬੈਠੇ ਸਿੱਖ ਭਾਈ ਜੀਵਾ ਜੀ, ਜੋ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਜਾਣਦੇ ਨੇ, ਸੇਵਕ ਨੇ ਹਜ਼ੂਰੀ। ਬਾਬਾ ਬੁੱਢਾ ਜੀ ਤੇ ਭਾਈ ਜੀਵਾ ਜੀ ਕਹਿੰਦੇ, ਸੰਗਤ ਜੀ ਤੁਸੀਂ ਜਾਓ, ਆਰਾਮ ਫਰਮਾਓ, ਪ੍ਰਸ਼ਾਦਾ ਛਕੋ, ਆਰਾਮ ਕਰੋ। ਸੰਗਤਾਂ ਨੇ ਬਚਨ ਮੰਨਿਆ ਜੀ, ਰਾਤ ਦਾ ਵੇਲਾ ਹੋਇਆ, ਰੋਟੀ ਪਾਣੀ ਖਾਧਾ, ਸੌਂ ਗਏ। ਇਸੇ ਆਸ ਵਿੱਚ ਚੱਲ ਕੇ ਸਵੇਰੇ ਆਏ, ਸਤਿਗੁਰ ਜਾਗਦੇ ਹੋਣਗੇ, ਕੋਲ ਬਹਿ ਕੇ ਕਥਾ ਸੁਣਾਂਗੇ। ਜਦ ਕੋਲ ਆ ਕੇ ਵੇਖਿਆ, ਮਰਗ ਦੇ ਹੱਥ ਜੁੜੇ ਆ, ਉਸੇ ਤਰ੍ਹਾਂ ਹੀ ਬੈਠੇ ਆ। ਸਾਰਾ ਦਿਨ ਲੰਘ ਗਿਆ, ਸਾਰੀ ਰਾਤ ਲੰਘੀ, 24 ਘੰਟਿਆਂ ਤੋਂ ਬਾਅਦ ਦਿਨ ਚੜ੍ਹਿਆ ਹੋਇਆ, ਸਰੀਰ ਵਿੱਚ ਅਜੇ ਵੀ ਕੋਈ ਹਿਲਜੁਲ ਨਹੀਂ। ਸੇਵਾਦਾਰ ਕੋਲ ਖੜੇ ਨੇ, ਪੱਖੇ ਝੱਲਦੇ ਨੇ, ਕਿਸੇ ਨੇ ਕੋਈ ਆਵਾਜ਼ ਨਾ ਮਾਰੀ। ਫਿਰ ਨਿਸ਼ਾ ਭਈ ਦੇ ਉਸ ਚੜਿਓ, ਛੁੱਟ ਕੇ ਉਹਨੇ ਧਿਆਨ ਅਖੰਡ ਲਗਾਇਓ। ਰਾਤ ਹੋ ਜਾਂਦੀ ਹੈ, ਦਿਨ ਚੜ ਜਾਂਦਾ ਹੈ, ਐਸਾ ਧਿਆਨ ਅਖੰਡ ਲੱਗਿਆ ਵੀ ਧਿਆਨ ਹੀ ਨਾ ਭੁੱਲਿਆ। ਦਸਮ ਦੁਆਰ ਦੀ ਐਸੀ ਘਾਟੀ ਹੈ ਜਿੱਥੇ ਜਾ ਕੇ ਕਈ ਵਾਰ ਯੋਗੀ ਜਨ ਮੁੜਦੇ ਨਹੀਂ। ਦੁਨੀਆ ਸੰਸਕਾਰ ਕਰ ਜਾਂਦੀ ਹੈ ਵੀ ਇਹ ਤੇ ਸਰੀਰ ਛੱਡ ਗਏ, ਪਰ ਅਸਲ 'ਚ ਉਹਨਾਂ ਸਰੀਰ ਨਹੀਂ ਛੱਡਿਆ ਹੁੰਦਾ। ਉਹ ਸੁਰਤ ਕਰਕੇ ਸਰੀਰ 'ਚੋਂ ਨਿਕਲੇ ਹੁੰਦੇ ਨੇ ਤੇ ਜ਼ਮਾਨਾ ਉਹਨਾਂ ਨੂੰ ਮਰਿਆ ਸਮਝ ਕੇ ਸੰਸਕਾਰ ਕਰ ਦਿੰਦਾ ਏ। ਬਾਬਾ ਰਾਮ ਰਾਏ ਗੁਰੂ ਹਰਿਰਾਏ ਸਾਹਿਬ ਜੀ ਦੇ ਸਪੁੱਤਰ, ਅੰਤਮ ਸਮਾਂ ਕਿਵੇਂ ਆਇਆ? ਏਦਾਂ ਹੀ ਸੀ। ਸਰੀਰ 'ਚੋਂ ਸਵਾਸ ਕੱਢ ਕੇ ਦਸਮ ਦੁਆਰ ਬਿਰਤੀ ਚੜਾ ਕੇ ਆਪਣੇ ਕਿਸੇ ਸਿੱਖ ਦਾ ਬੇੜਾ ਬੰਨੇ ਲਾਉਣ ਗਏ ਆ। ਪਿੱਛੋਂ ਮਸੰਦਾਂ ਨੇ ਵੇਖਿਆ ਵੀ 1 ਤੋਂ 2 ਦਿਨ ਹੋ ਗਏ, ਰਾਮ ਰਾਏ ਜੀ ਸਰੀਰ ਛੱਡ ਗਏ ਨੇ, ਇਹਨਾਂ ਦੀ ਥਾਂ ਤੇ ਗੱਦੀ ਲਾ ਕੇ ਆਪਾਂ ਬੈਠੇ ਆ। ਕਹਿੰਦੇ ਧੱਕੇ ਨਾਲ ਲੱਕੜਾਂ 'ਚ ਚੜ੍ਹਨਾ। ਉਹਨਾਂ ਦੇ ਪਤਨੀ ਬਾਰ-ਬਾਰ ਕਹਿੰਦੇ ਰਹੇ ਵੀ ਇਹ ਨਾ ਕਰੋ, ਪਰ ਕਿਸੇ ਨੇ ਨਾ ਮੰਨੀ। ਜਿਸ ਵੇਲੇ ਲੱਕੜਾਂ ਨੂੰ ਚਿਣ ਕੇ ਅੱਗ ਲਾਈ ਗਈ, ਬਾਬਾ ਰਾਮ ਰਾਏ ਇੱਕ ਪਲ ਉਸੇ ਥਾਂ ਤੇ ਆ ਗਏ। ਜਦ ਵੇਖਿਆ ਮੇਰਾ ਤੇ ਸਰੀਰ ਚਿਣਿਆ ਗਿਆ, ਪਛਤਾਏ ਬਹੁਤ, ਪਰ ਉਹਨਾਂ ਭਾਣਾ ਪਰਮਾਤਮਾ ਦਾ ਮੰਨਿਆ। ਚੱਲ ਕੋਈ ਗੱਲ ਨਹੀਂ, ਜੋ ਹੋਣਾ ਸੀ ਹੋ ਗਿਆ। ਉਸੇ ਵੇਲੇ ਉਹਨਾਂ ਨੂੰ ਵਾਪਸ ਜਾਣਾ ਪਿਆ। ਇੱਧਰ ਸਰੀਰ ਲੱਕੜਾਂ 'ਚ ਸਵਾਹ ਹੋ ਗਿਆ। ਦਸਮ ਦੁਆਰ ਵਿੱਚ ਸਵਾਸ ਚੜ ਜਾਣ ਤੇ ਸਰੀਰ ਮਿੱਟੀ ਬਣ ਜਾਂਦਾ ਹੈ, ਸੈਂਸ ਨਹੀਂ ਰਹਿੰਦੀ ਸਰੀਰ ਵਿੱਚ। ਪਰ ਸਿੱਖ ਜਾਣਦੇ ਸੀ ਵੀ ਸਤਿਗੁਰ ਸੁਰਤ ਵਿੱਚ ਬੈਠੇ ਆ, ਮੌਜ ਹੈ। ਜਦ ਚਿੱਤ ਕਰੇ ਨੇਤਰ ਖੋਲ ਸਕਦੇ ਆ। ਸੁਮੇਰ ਪਰਬਤ ਦੀ ਕਥਾ ਸੁਣਦੇ ਸੁਣਦੇ ਉੱਥੇ ਜਾ ਕੇ ਸਮਾ ਗਏ ਨੇ। ਖਾਨ ਨ ਪਾਣ ਨਾਹਨ ਕੀਓ, ਨਾਰ ਆਪਸ ਮੈਂ ਮਿਲ ਬੈਨ ਆਲਾਇਓ। ਨਾ ਕਈ ਦਿਨਾਂ ਤੋਂ ਭੋਜਨ ਛਕਿਆ, ਨਾ ਪਾਣੀ ਪੀਤਾ, ਨਾ ਆਰਾਮ ਫਰਮਾਇਆ, ਨਾ ਕੱਪੜੇ ਬਦਲੇ, ਇੱਥੋਂ ਤੱਕ ਨਾ ਹੀ ਕੋਈ ਇਸ਼ਨਾਨ ਹੋਇਆ। ਤੇ ਸਿੱਖਾਂ ਨੇ ਵੀ ਸਤਿਗੁਰਾਂ ਦਾ ਸਰੀਰ ਨਹੀਂ ਛੇੜਿਆ ਵੀ ਇਹਨਾਂ ਨੂੰ ਲੰਮਿਆ ਪਾਇਆ ਜਾਵੇ, ਨਹੀਂ। ਉਹ ਜਾਣਦੇ ਨੇ ਮਰਦ ਆਪਣੀ ਰਜਾ 'ਚ ਬੈਠੇ ਆ, ਰਜਾ 'ਚ ਹੀ ਉੱਠਣਗੇ। ਦਰਬਾਰੀ ਸਿੱਖ ਨੇ ਜੋ ਹਜ਼ੂਰੀ ਦੇ, ਉਹਨਾਂ ਨੂੰ ਵਿਸ਼ਵਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਨੇਤਰ ਖੋਲ ਲੈਣਗੇ। ਪਰ ਖਡੂਰ ਸਾਹਿਬ ਦੇ ਲੋਕਾਂ 'ਚ ਘੁਸਰ ਮੁਸਰ ਸ਼ੁਰੂ ਹੋ ਗਈ। ਕਹਿੰਦੇ ਸਿੱਖਾਂ ਨੇ ਵੇਖੋ ਸਤਿਗੁਰਾਂ ਦਾ ਸਰੀਰ ਰੱਖਿਆ ਹੋਇਆ ਹੈ, ਗੁਰੂ ਅੰਗਦ ਦੇ ਪਾਤਸ਼ਾਹ ਤੇ ਜੋਤੀ ਜੋਤ ਸਮਾ ਗਏ ਨੇ, ਉਹ ਤੇ ਤਨ ਦਾ ਪਰਿਤਿਆਗ ਕਰ ਗਏ ਨੇ। ਇੰਨੇ ਦਿਨ ਹੋ ਗਏ ਨੇ,
ਅਜੇ ਤੱਕ ਵੀ ਕੋਈ ਕਿਰਿਆ ਨਹੀਂ ਕੀਤੀ ਜਾ ਰਹੀ। ਸੰਗਤਾਂ ਲੜ ਪਈਆਂ ਆਪਸ ਵਿੱਚ, ਤੁਸੀਂ ਸਤਿਗੁਰਾਂ ਦੇ ਸਰੀਰ ਦਾ ਨਿਰਾਦਰ ਕਰ ਰਹੇ ਹੋ, ਤੁਸੀਂ ਕਿਉਂ ਨਹੀਂ ਗੁਰੂ ਪਾਤਸ਼ਾਹ ਦੇ ਪਾਵਨ ਸਰੀਰ ਨੂੰ ਬਾਹਰ ਲੈ ਕੇ ਆਉਂਦੇ? ਬਾਬਾ ਬੁੱਢਾ ਜੀ, ਭਾਈ ਜੀਵਾ ਜੀ, ਭਾਈ ਬਾਲਾ ਜੀ, ਭਾਈ ਧੰਨਾ ਜੀ ਸੰਗਤਾਂ ਨੂੰ ਸਮਝਾਉਂਦੇ ਹਨ। ਸ੍ਰੀ ਗੁਰੂ ਅੰਗਦ ਜੀ ਤਜ ਦੇਹ ਗਇਓ, ਕਰਤਾਰ ਕੀ ਮਦ ਸਮਾਇਓ। ਹੁਣ ਦੋ ਧੜੇ ਬਣ ਗਏ ਖਡੂਰ ਸਾਹਿਬ ਦੀ ਧਰਤੀ ਤੇ, ਕਿਉਂਕਿ 5 ਦਿਨ ਬਤੀਤ ਹੋ ਗਏ ਜੀ। ਕੁਝ ਸੰਗਤਾਂ ਕਹਿਣ ਸਤਿਗੁਰ ਜੋਤੀ ਜੋਤ ਸਮਾ ਗਏ ਨੇ, ਸਰੀਰ 'ਚ ਸਵਾਸ ਕੋਈ ਨਹੀਂ। ਸਿੱਖੋ ਤੁਸੀਂ ਗੁਰੂ ਸਾਹਿਬ ਦਾ ਸਰੀਰ ਕਿਉਂ ਨਹੀਂ ਛੱਡਦੇ? ਕਿਉਂਕਿ ਹਜੂਰੀ ਸਿੱਖ ਸੀ, ਉਹ ਕਿਸੇ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ। ਕਹਿੰਦੇ ਨਹੀਂ, ਪਾਤਸ਼ਾਹ ਆਪਣੀ ਮੌਤ 'ਚ ਬੈਠੇ ਆ, ਚੌਂਕੜੇ 'ਚ ਬੈਠੇ ਆ। ਤੇ ਸੰਗਤ ਰੌਲਾ ਪਾਵੇ, ਕਹਿੰਦੇ ਨਹੀਂ, ਅਸੀਂ ਸਤਿਗੁਰਾਂ ਦੇ ਕੋਲ ਜਾਣਾ ਚਾਹੁੰਦੇ ਆ, ਸਪਰਸ਼ ਕਰਕੇ ਵੇਖਣਾ ਚਾਹੁੰਦੇ ਆ। ਤੁਸੀਂ ਝੂਠ ਬੋਲਦੇ ਹੋ, ਸਾਡੇ ਤੋਂ ਕੁਝ ਛੁਪਾਉਂਦੇ ਹੋ। ਭੈ ਕਰ ਕੋ ਨ ਬੁਲਾਏ ਸਕੈ, ਟਿਗ ਬੈਠ ਰਹੇ ਨਰ ਜੋ ਤਹਿ ਜਾਏ। ਆਖਰਕਾਰ ਹਜੂਰੀ ਸਿੱਖਾਂ ਨੇ ਸਮਝਾਇਆ ਵੀ ਐਸੀ ਕੋਈ ਗੱਲ ਨਹੀਂ। ਗੁਰੂ ਪਾਤਸ਼ਾਹ ਤੇ ਕਥਾ ਸੁਣਦੇ ਸੁਣਦੇ ਕਥਾ 'ਚ ਸਮਾ ਗਏ, ਕਿਉਂਕਿ ਆਪ ਗੁਰੂ ਨਾਨਕ ਨੇ। ਹੁਣ ਜਿਹੜੇ ਰੌਲਾ ਜਾ ਪਾਉਂਦੇ ਆ ਤੇ ਸਿੱਖ ਕਹਿੰਦੇ ਆ ਜਾਓ, ਫਿਰ ਜਾਓ ਕੋਲੇ। ਜਦੋਂ ਮਰਜ਼ ਦੇ ਦਰਬਾਰ 'ਚ ਆਉਂਦੇ ਆ ਫਿਰ ਡਰਦੇ ਨੇੜੇ ਨਹੀਂ ਬਹਿੰਦੇ। ਡਰ ਵੀ ਹੈ ਨਾ, ਗੁਰੂ ਪਰਮੇਸ਼ਵਰ ਨੇ, ਪਰਮਾਤਮਾ ਨੇ, ਡਿਸਟਰਬ ਨਹੀਂ ਕਰਨਾ। ਕਹਿੰਦੇ ਸਿੱਖ ਕੋਲ ਬੈਠੇ ਨੇ, ਅੱਖਾਂ ਭਰੀਆਂ ਨੇ, ਅੱਖਾਂ 'ਚੋਂ ਹੰਝੂ ਜਾਂਦੇ ਆ। ਭਾਈ ਬਾਲਾ ਜੀ ਨੂੰ ਬਾਰ-ਬਾਰ ਪੁੱਛਦੇ ਆ, ਗੁਰੂ ਸਾਹਿਬ ਆ ਜਾਣਗੇ? ਭਾਈ ਬਾਲਾ ਜੀ ਕਹਿੰਦੇ ਗਏ ਕਿੱਥੇ? ਉਹ ਆਪਣੀ ਮੌਜ ਵਿੱਚ ਨੇ ਭਾਈ। ਤੁਹਾਡੇ ਸੋਚਣ ਨਾਲ ਉਹਨਾਂ ਆਉਣਾ ਨਹੀਂ, ਤੁਹਾਡੇ ਕਹਿਣ ਨਾਲ ਉਹਨਾਂ ਹਟਣਾ ਨਹੀਂ। ਉਹ ਆਪਣੇ ਆਨੰਦ ਵਿੱਚ ਬੈਠੇ ਆ। ਕਹਿੰਦੇ ਜੀ ਸਬਰ ਕਰਕੇ 5 ਦਿਨ ਸੰਗਤਾਂ ਬੈਠੀਆਂ ਰਹੀਆਂ, 6ਵਾਂ ਦਿਨ ਹੋਇਆ। ਇਹੀ ਆਸ ਹੈ ਕਦੋਂ ਗੁਰੂ ਸਾਹਿਬ ਨੇਤਰ ਖੋਲਣਗੇ। ਸਭ ਦਾ ਧਿਆਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਮੁਖੜੇ ਵੱਲ ਹੈ। ਸੋਹਣਾ ਜਿਹਾ ਦਾੜਾ ਹੈ, ਨੇਤਰ ਬੰਦ, ਪਰ ਕੋਈ ਹਿਲਜੁਲ ਨਹੀਂ ਹੈ ਸਿਰ ਵਿੱਚ। ਵਾਰ-ਵਾਰ ਸੰਗਤਾਂ ਦਿਨ ਰਾਤ ਸਤਿਗੁਰਾਂ ਦਾ ਮੁਖ ਤੱਕਦੀਆਂ ਨੇ। ਸਾਤ ਨਿਸਾ ਪੁਨ ਸਾਤ ਹੀ ਬਾਸਰ, ਬੀਤ ਗਏ ਤਨ ਸੋਜੀ ਨ ਆਏ। ਹੁਣ ਸੰਗਤਾਂ ਦੁਬਦਾ ਦੇ ਵਿੱਚ ਨੇ ਵੀ ਹੋਇਆ ਕੀ ਹੈ, ਸਰੀਰ 'ਚ ਸੋਝੀ ਕਿਉਂ ਨਹੀਂ ਆ ਰਹੀ, ਹਲਚਲ ਕਿਉਂ ਨਹੀਂ? 7 ਰਾਤਾਂ ਤੇ 7 ਦਿਨ ਬਤੀਤ ਹੋ ਗਏ। ਛੋਟੀ ਗੱਲ ਨਹੀਂ, 7 ਘੰਟੇ ਦਾ ਹੀ ਚੌਂਕੜਾ ਬਹੁਤ ਵੱਡਾ ਹੁੰਦਾ। 7 ਦਿਨ ਤੇ 7 ਰਾਤ ਗੁਰੂ ਅੰਗਦ ਦੇ ਪਾਤਸ਼ਾਹ ਆਪਣੇ ਉਸੇ ਰਸ ਵਿੱਚ ਮਗਨ ਰਹੇ। ਸੰਗਤਾਂ ਰੋ ਰੋ ਕੇ ਚੁੱਪ ਕਰ ਗਈਆਂ, ਕਿਉਂਕਿ ਸਮਝੋ ਤੇ ਵਸੋਂ ਬਾਹਰ ਗੱਲ ਹੋ ਗਈ। ਜਿਹੜੇ ਸਿੱਖ ਨੂੰ ਪੁੱਛਦੇ ਆ ਉਹ ਕਹਿੰਦੇ ਮਰ ਜਾਣਗੇ। ਦਲਾਸਾ ਵੀ ਬਹੁਤ ਵੱਡਾ ਹੈ ਵੀ ਸਿੱਖ ਕਹਿੰਦੇ ਆ ਗੁਰੂ ਸਾਹਿਬ ਆ ਜਾਣਗੇ, ਪਰ 7ਵਾਂ ਦਿਨ ਆ ਗਿਆ, 8ਵੇਂ ਦਿਨ ਦੀ ਸ਼ੁਰੂਆਤ ਹੋਈ ਹੈ। ਲੋਚਨ ਕੀ ਪਲਕਾ ਸੋ ਜੁਟੇ, ਇਕ ਆਸਨ ਬੈਠੇ ਅਡੋਲ ਸੁਹਾਏ। 8ਵੇਂ ਦਿਨ ਗੁਰੂ ਅੰਗਦ ਦੇ ਪਾਤਸ਼ਾਹ ਨੇ ਸੁਭਾਵਕ ਕਵਲ ਸਰੀਖੇ ਨੇਤਰਾਂ ਦੀਆਂ ਪੰਖੜੀਆਂ ਖੋਲ੍ਹੀਆਂ। ਅੰਮ੍ਰਿਤ ਵੇਲੇ ਦਾ ਸਮਾਂ, ਹਜ਼ਾਰਾਂ ਹੀ ਸੰਗਤਾਂ ਬੈਠੀਆਂ ਨੇ ਉਡੀਕ ਵਿੱਚ, ਕਦੋਂ ਸਾਹਿਬ ਨਜ਼ਰ ਕਰਨਗੇ, ਕਦੋਂ ਪਾਤਸ਼ਾਹ ਉੱਠਣਗੇ, ਸੰਗਤਾਂ ਨਾਲ ਬਚਨ ਕਰਨਗੇ। ਕਹਿੰਦੇ ਜਦੋਂ ਮਰਦ ਦੇ ਨੇਤਰ ਖੁੱਲੇ ਨਾ, ਵਿਰਾਗ 'ਚ ਸੰਗਤਾਂ ਰੋ ਗਈਆਂ। ਪਿਆਰ ਝੱਲਿਆ ਨਹੀਂ ਜਾਂਦਾ ਸਿੱਖ ਸੰਗਤਾਂ ਦਾ। ਵੇਖ ਵੇਖ ਅੱਖਾਂ ਚੋ ਪਈਆਂ ਨੇ। ਤਾਂ ਪਦ ਪੰਕਜ ਕੋ ਮਮ ਬੰਦਨ, ਸੀਸ ਨਵਾਈ ਕਹੂੰ ਚਿਤ ਲਾਏ। ਭਾਈ ਬਾਲਾ ਜੀ ਕਹਿੰਦੇ ਐਸੇ ਸਾਹਿਬ ਦੇ ਚਰਨਾਂ ਵਿੱਚ ਮੇਰੀ ਬਾਰ-ਬਾਰ ਬਾਰੰਬਾਰ ਬੰਦਨਾ ਹੈ, ਜੋ ਆਪਣੇ ਸਰੂਪ ਪਹਿਲਿਆਂ ਦੀ ਕਥਾ ਸੁਣਦੇ ਸੁਣਦੇ ਉਸੇ ਥਾਂ 'ਚ ਸਮਾ ਜਾਂਦੇ ਨੇ। ਗੁਰੂ ਅੰਗਦ ਦੇ ਪਾਤਸ਼ਾਹ ਨੇ ਨੇਤਰ ਖੋਲੇ, ਸੰਗਤਾਂ ਨੂੰ ਹੁਕਮ ਕੀਤਾ ਭਾਈ ਜਾਓ, ਇਸ਼ਨਾਨ ਕਰੋ, ਭੋਜਨ ਪਾਣੀ ਛਕੋ, ਆਰਾਮ ਕਰੋ, ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ। ਗੁਰੂ ਸਾਹਿਬ ਉੱਠੇ ਨੇ। ਕਵੀ ਕਹਿੰਦੇ ਭਾਈ ਬਾਲਾ ਜੀ 7-8 ਦਿਨ ਉਸੇ ਥਾਂ ਦੀ ਬੈਠੇ ਰਹੇ। ਚੌਂਕੜਾ ਅਡੋਲ ਸੀ, ਭਾਵੇਂ ਉਹ ਪ੍ਰਸ਼ਾਦਾ ਛਕ ਲੈਂਦੇ ਆ ਹਲਕਾ ਫੁਲਕਾ, ਪਰ ਗੁਰੂ ਅੰਗਦ ਦੇ ਪਾਤਸ਼ਾਹ ਤੋਂ ਇੱਕ ਕਦਮ ਵੀ ਦਰਬਾਰ ਤੋਂ ਬਾਹਰ ਗਏ ਨਾ। ਦੋਹਰਾ ਸ੍ਰੀ ਗੁਰ ਪਗ ਹੈ ਸ਼ਾਂਤ ਸਰ, ਮਨ ਮ੍ਰਿਗ ਤਿਸੈ ਮਿਲਾਏ।
ਕਹੋ ਕਥਾ ਬਰ ਪਾਵਨੀ ਜਥਾ ਮੋਰ ਮਤ ਆਏ। ਮਹਾਕਵੀ ਭਾਈ ਸੰਤੋਖ ਸਿੰਘ ਅਗਲੇ ਪ੍ਰਸੰਗ ਦੀ ਆਰੰਭਤਾ ਕਰਦੇ ਫਰਮਾਉਂਦੇ ਨੇ, ਕਹਿੰਦੇ ਗੁਰੂ ਸਾਹਿਬ ਦੇ ਚਰਨ ਸ਼ਾਂਤੀ ਦਾ ਸਰੂਪ ਨੇ ਤੇ ਮੇਰਾ ਮਨ ਹਿਰਨ ਵਰਗਾ ਹੈ। ਜਿਵੇਂ ਪਿਆਸਾ ਹਿਰਨ ਤਪਦੇ ਰੇਤਿਆਂ ਤੇ ਦੌੜਦਾ ਇਸ ਕਰਕੇ ਹੈ ਵੀ ਮੈਨੂੰ ਕਿਤੇ ਸ਼ਾਂਤ ਥਾਂ ਮਿਲ ਜੇ, ਕਿਤੇ ਠੰਡੀ ਥਾਂ ਮਿਲ ਜੇ। ਕਹਿੰਦੇ ਸਤਿਗੁਰਾਂ ਦੇ ਚਰਨਾਂ ਦੀ ਸ਼ਾਂਤੀ ਦੇ ਵਿੱਚ ਭਿੱਜ ਕੇ ਮੈਂ ਪਾਵਨ ਕਥਾ ਨੂੰ ਲਿਖਣਾ ਚਾਹੁੰਦਾ। ਆਓ ਸਿੱਖੋ ਇਸ ਪ੍ਰੇਮ ਦੀ ਕਥਾ ਨੂੰ ਅੱਗੇ ਸਰਵਣ ਕਰੀਏ ਜੀ। ਸਵਈਆ ਆਠਵੇਂ ਬਾਸਰ ਧਿਆਨ ਛੁਟਾ ਜਬ ਦੇਹ ਵਿਖੇ ਤਬ ਹੀ ਸੁਧ ਆਈ। 8ਵੇਂ ਦਿਨ ਜਦੋਂ ਸਤਿਗੁਰਾਂ ਨੇ ਨੇਤਰ ਖੋਲੇ ਨਾ, ਸਭ ਤੋਂ ਪਹਿਲਾਂ ਭਾਈ ਬਾਲਾ ਜੀ ਦੀ ਤਰਫ ਵੇਖਿਆ ਤੇ ਇੱਥੇ ਬੈਠੇ ਆ। ਦੋਨੇ ਹੱਥ ਜੋੜ ਕੇ ਭਾਈ ਬਾਲਾ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਕਿਉਂ? ਕਿਉਂਕਿ ਗੁਰੂ ਦੀ ਕਥਾ ਸੁਣਾ ਰਹੇ ਨੇ। ਆਪ ਸਤਿਗੁਰ ਭੁੰਜੇ ਬੈਠੇ ਆ ਤੇ ਭਾਈ ਬਾਲਾ ਜੀ ਨੂੰ ਮਰਦ ਨੇ ਸੱਜੇ ਪਾਸੇ ਉੱਚੀ ਥਾਵੇਂ ਬਿਠਾਇਆ ਸੀ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੇ ਸਾਥੀ ਨੇ, ਉਹ ਸੱਜਣ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਦਿੱਤਾ ਹੈ। ਸਾਹਿਬ ਜੀ ਨੇ ਨੇਤਰ ਖੋਲੇ, ਭਾਈ ਬਾਲਾ ਜੀ ਦੇ ਦਰਸ਼ਨ ਦੀਦਾਰ ਹੋਏ। ਚਿੱਟਾ ਦੁੱਧ ਵਰਗਾ ਦਾੜਾ, ਲਾਲ ਸੁਰਖ ਜਿਹਾ ਰੰਗ ਭਾਈ ਬਾਲਾ ਜੀ ਦਾ, ਮੁਖ ਉੱਤੇ ਸੋਹਣਾ ਰੰਗ ਹੈ ਤੇ ਸੋਹਣੇ ਮੁਸ਼ਹਿਰੇ ਨੇ ਤੇ ਖੱਦਰ ਦਾ ਉਹਨਾਂ ਦਸਤਾਰਾ ਬੱਧਿਆ ਹੋਇਆ, ਖੱਦਰ ਦਾ ਪਰਨਾ ਲਪੇਟਿਆ ਤੇ ਚਿੱਟਾ ਪਾਇਆ ਜੋੜਾ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਨੇਤਰ ਖੋਲ ਕੇ ਜਦੋਂ ਸੀਸ ਨਵਾਇਆ, ਭਾਈ ਬਾਲਾ ਜੀ ਨੇ ਮਰਦ ਨੂੰ ਮੱਥਾ ਟੇਕ ਦਿੱਤਾ। ਗੁਰੂ ਪਾਤਸ਼ਾਹ ਫੇਰ ਸਮਾਧੀ ਵਿੱਚੋਂ ਉੱਠੇ ਹਨ। ਲੋਚਨ ਸੁੰਦਰ ਜਿਉ ਵਿਕਸੇ ਅਰਬਿੰਦ ਪਰ ਫੂਲਤ ਜਿਉ ਸ਼ਬ ਛਾਈ। ਜਦੋਂ ਸਤਿਗੁਰੂ ਆਪਣੇ ਸਿੰਘਾਸਣ ਤੋਂ ਉੱਠੇ, ਕਹਿੰਦੇ ਸੰਗਤਾਂ 'ਚ ਖੁਸ਼ੀ ਦੀ ਲਹਿਰ, ਹਾਹਾਕਾਰ ਖੁਸ਼ੀ ਦੀ ਚਾਅ ਚੜ ਗਿਆ ਜੀ, ਭਾਜੜਾ ਪੈ ਗਿਆ। ਸਤਿਗੁਰੂ ਉੱਠ ਗਏ ਨੇ, ਕਿਉਂਕਿ 8 ਦਿਨਾਂ ਦਾ ਵਿਛੋੜਾ ਸੰਗਤ ਤੋਂ ਚੱਲਿਆ ਨਹੀਂ ਗਿਆ। ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਹੈ ਜੀ, ਉਹ ਤੇ 8 ਘੜੀਆਂ ਨਹੀਂ ਕੱਢ ਸਕਦੇ। ਸਿੱਖਾਂ ਨੇ 8 ਦਿਨ ਗੁਰੂ ਪਾਤਸ਼ਾਹ ਦੇ ਵਿਯੋਗ ਵਿੱਚ ਕੱਟੇ, ਮੱਛੀ ਵਾਂਗ ਤੜਫ ਰਹੇ ਸੀ। ਸਾਹਿਬ ਜੀ ਇਸ਼ਨਾਨ ਕਰਨ ਆਏ, ਅੰਮ੍ਰਿਤ ਵੇਲੇ ਦਾ ਸਮਾਂ ਹੈ, ਹਲਕਾ ਫੁਲਕਾ ਜਲ ਛਕਿਆ। ਆਸਾ ਜੀ ਕੀ ਵਾਰ ਦਾ ਕੀਰਤਨ ਹੋਇਆ, ਬਾੜੀ ਨੂੰ ਸੁਣਿਆ, ਕੀਰਤਨ ਨੂੰ ਸੁਣਿਆ, ਫੇਰ ਦਰਬਾਰ ਵਿੱਚ ਬੈਠ ਗਏ। ਮਜਨ ਕੋ ਕਰ ਭੋਜਨ ਪਾਏ ਅਸੀਨੇ ਹੈ ਆਸਨ ਪੈ ਸੁਖਦਾਈ। ਸੋਹਣੇ ਸਿੰਘਾਸਣ ਤੇ ਸਤਿਗੁਰ ਬੈਠੇ ਨੇ, ਪਰ ਭੋਜਨ ਅੱਜ ਫੇਰ ਇੱਕ ਫੁਲਕਾ ਛਕਿਆ 8 ਦਿਨਾਂ ਬਾਅਦ। ਕਿੱਡਾ ਵੱਡਾ ਤਿਆਗ ਹੈ, ਕਿੰਨਾ ਵੱਡਾ ਪ੍ਰੇਮ ਆ ਉਸ ਪਰਮਾਤਮਾ ਦੇ। ਸੋਹਣੇ ਸਿੰਘਾਸਣ ਤੇ ਬੈਠੇ ਸੰਗਤਾਂ ਸੱਜ ਗਈਆਂ। ਭਾਈ ਬਾਲਾ ਜੀ ਦਾ ਫੇਰ ਆਸਣ ਲਾਇਆ ਗਿਆ, ਕਿਉਂਕਿ ਗੁਰੂ ਪਾਤਸ਼ਾਹ ਜਦੋਂ ਇਸ਼ਨਾਨ ਕਰਨ ਗਏ ਨੇ, ਉਦੋਂ ਭਾਈ ਬਾਲਾ ਜੀ ਵੀ ਤਿਆਰ ਬਰ ਤਿਆਰ ਹੋਣ ਗਏ, ਇਸ਼ਨਾਨ ਕਰਕੇ ਆਏ ਨੇ। ਅੱਜ ਫੇਰ ਸੰਗਤ ਬੈਠੀ ਹੈ, ਸਿੰਘਾਸਣ ਗੁਰੂ ਸਾਹਿਬ ਦਾ ਲੱਗਿਆ ਹੈ, ਬਚਨ ਬਲਾਸ ਹੁੰਦੇ ਨੇ। ਦੇਹ ਸਜੈ ਤਨ ਸ਼ਾਂਤ ਤਰਾ ਕੇ ਖਿਮਾਹੇ ਆਪਣੋ ਭੀਖ ਬਣਾਏ। ਬੜੇ ਸ਼ਾਂਤ ਸਰੂਪ ਹਨ ਗੁਰੂ ਅੰਗਦ ਦੇ ਮਹਾਰਾਜ, ਬਹੁਤ ਹੀ ਸ਼ਾਂਤ, ਬੜਾ ਘੱਟ ਬੋਲਦੇ ਸੀ ਤੇ ਬਹੁਤ ਜ਼ਿਆਦਾ ਬਚਨ ਬਲਾਸ ਸਤਿਗੁਰੂ ਨੇਤਰਾਂ ਨਾਲ ਹੀ ਕਰ ਲੈਂਦੇ। ਨੇਤਰ ਭਰ ਕੇ ਤੱਕ ਲੈਂਦੇ ਆ, ਮੁਸਕਰਾ ਪੈਂਦੇ ਆ, ਸੰਗਤਾਂ ਦੇ ਦੁੱਖ ਦੂਰ ਕਰ ਦਿੰਦੇ ਆ। ਕਹਿੰਦੇ ਕਾਫੀ ਦੇਰ ਮਰਦ ਚੁੱਪਚਾਪ ਸ਼ਾਂਤ ਬੈਠੇ ਰਹੇ, ਹਲਕੇ ਫੁਲਕੇ ਸੰਗਤਾਂ ਦਾ ਬਚਨ ਕਰਦੇ ਰਹੇ। ਹੁਣ ਭਾਈ ਬਾਲਾ ਜੀ ਬੈਠੇ ਆ ਤੇ ਮਰਦ ਨੇ ਫਿਰ ਇੱਛਾ ਜ਼ਾਹਰ ਕੀਤੀ ਕਥਾ ਦੀ। ਵੇਖੋ ਕਿੰਨੀ ਪਿਆਸ ਹੈ ਗੁਰੂ ਦੀ ਕਥਾ ਦੀ ਪਿਆਸ। ਚੇਟਕ ਜੇ ਕਿਤੇ ਲੱਗ ਜਾਏ ਤੇ ਜੀਵਨ ਬਣ ਜਾਂਦਾ ਹੈ। ਬੜੇ ਪਿਆਰ ਵਿੱਚ ਸਤਿਗੁਰਾਂ ਨੇ ਹੱਥ ਜੋੜ ਭਾਈ ਬਾਲਾ ਜੀ ਦੇ ਸਨਮੁਖ ਨਿਮਰਤਾ ਦੀ ਬੇਨਤੀ ਕੀਤੀ ਹੈ। ਦੋਹਰ ਸ਼ਰੋਤਾ ਬਖਤ ਜੋ ਹੁਤੇ ਲੀਨੇ ਸਰਬ ਹਕਾਰ। ਉਸ ਵੇਲੇ ਜਿੰਨੇ ਸਰੋਤੇ ਸੀ ਸੁਣਨ ਵਾਲੇ ਪੱਕੇ, ਸਾਰੇ ਆਪੋ ਆਪਣੀ ਥਾਂ ਤੇ ਬਹਿ ਗਏ, ਕਿਉਂਕਿ ਸਰੋਤਾ ਉਹ ਹੁੰਦਾ ਹੈ ਜਿਹਦੀ ਥਾਂ ਪੱਕੀ ਹੋਵੇ। ਸੁਣਨ ਵਾਲਾ ਨਾ
ਭਾਵੇਂ ਕੋਈ ਸਾਡੇ ਚੋਂ ਹੈ, ਤੁਹਾਡੇ ਚੋਂ ਹੈ, ਕਿਸੇ ਹੋਰ ਚੋਂ ਹੈ, ਜਿਹੜਾ ਸੱਚੀ ਕਥਾ ਦਾ ਪ੍ਰੇਮੀ ਹੈ, ਸੁਣਨ ਵਾਲਾ, ਉਹ ਕਦੇ ਕਿਸੇ ਦੀ ਥਾਂ ਤੇ ਨਹੀਂ ਬਹਿੰਦਾ ਲੱਗੇ। ਉਹਨੂੰ ਪਤਾ ਹੈ ਮੈਂ ਜਿਸ ਥਾਂ ਤੇ ਬੈਠਦਾ ਹਾਂ, ਮੇਰੀ ਇਕਾਗਰਤਾ ਉਸੇ ਥਾਂ ਤੇ ਬਹਿ ਕੇ ਬਣਨੀ ਹੈ, ਕਿਉਂਕਿ ਰੋਜ਼ ਦਾ ਵਿਜ਼ਨ ਸੇਵ ਹੋ ਜਾਂਦਾ ਹੈ, ਵਾਈਬ ਉਸ ਥਾਂ ਦੀਆਂ ਬਣ ਜਾਂਦੀਆਂ ਨੇ। ਸਾਰੇ ਸਰੋਤੇ ਆਪੋ ਆਪਣੀ ਥਾਂ ਤੇ ਬੈਠੇ, ਜਿੱਥੇ ਜਿੱਥੇ ਜਿਹਦੀ ਥਾਂ ਸੀ ਪੱਕੀ, ਉਹ ਸੰਗਤ ਉੱਥੇ ਬਹਿ ਗਈ। ਭਾਈ ਬਾਲਾ ਜੀ ਸਿੰਘਾਸਣ ਤੇ ਬਹਿ ਗਏ ਨੇ। ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ, ਸੰਗਤ ਜੀ ਕੋਈ ਸਵਾਲ ਜਵਾਬ ਹੋਵੇ ਤੇ ਜ਼ਰੂਰ ਕਰਿਓ। ਕਿਸੇ ਦੇ ਮਨ 'ਚ ਕੋਈ ਸੰਸਾ ਹੈ, ਕੋਈ ਸ਼ੰਕਾ ਹੈ, ਸਾਨੂੰ ਦੱਸ ਸਕਦਾ ਏ। ਬੋਲੇ ਸ੍ਰੀ ਅੰਗਦ ਗੁਰੂ, ਕਥਾ ਸੁਣਨ ਤਰ ਪਿਆਰ। ਸਾਰੀ ਸੰਗਤ ਨੇ ਆਖਿਆ, ਪਾਤਸ਼ਾਹ ਜੀ ਕੋਈ ਸੰਸਾ ਨਹੀਂ, ਕਿਉਂਕਿ ਭਾਈ ਬਾਲਾ ਜੀ ਕਥਾ ਕਰਦੇ ਕਰਦੇ, ਕਥਾ ਸੁਣਾਉਂਦੇ ਸੁਣਾਉਂਦੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਨਿਰੁੱਤਰ ਕਰ ਦਿੰਦੇ। ਉਹ ਕਥਾ ਹੀ ਕਾਹਦੀ ਹੈ ਜਿਹੜੀ ਸ਼ੰਕੇ ਛੱਡ ਜੇ, ਸਵਾਲ ਪੈਦਾ ਕਰ ਜੇ। ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਫਿਰ ਬੜੇ ਪਿਆਰ 'ਚ ਕਹਿੰਦੇ, ਭਾਈ ਬਾਲਾ ਜੀ ਕਰੋ ਕਿਰਪਾ, ਸੁਣਾ ਦਿਓ ਅੰਮ੍ਰਿਤ ਵਰਖਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਤੁਸੀਂ ਕਿਹੜਾ ਸਮਾਂ ਕਿਵੇਂ ਕਿਵੇਂ ਬਤੀਤ ਕੀਤਾ, ਕਿਉਂਕਿ ਉਹਨਾਂ ਨੇ ਉਹੀ ਸੁਣਾਇਆ ਜੋ ਉਹਨਾਂ ਨੇ ਮਾਣਿਆ ਹੈ, ਜੋ ਉਹਨਾਂ ਨੇ ਸਮਾਂ ਵੇਖਿਆ ਨਾਲ ਬਤੀਤ ਕੀਤਾ ਹੈ। ਗੁਰੂ ਅੰਗਦ ਦੇ ਪਾਤਸ਼ਾਹ ਦਾ ਹੁਕਮ ਪਾ ਕੇ ਭਾਈ ਬਾਲਾ ਜੀ ਕਹਿੰਦੇ, ਮੈਂ ਸੰਗਤ ਨੂੰ ਤੇ ਸਤਿਗੁਰਾਂ ਨੂੰ ਸੀਸ ਨਵਾਇਆ। ਗੁਰੂ ਅੰਗਦ ਦੇ ਪਾਤਸ਼ਾਹ ਤੋਂ ਹੱਥ ਜੋੜ ਫਿਰ ਆਗਿਆ ਮੰਗੀ ਹੈ। ਕਬਿਤ ਐਸੇ ਗੁਰੂ ਭਾਖੀ ਬਾਲਾ, ਕਹੋ ਅਬ ਸਾਖੀ ਇਹ। ਹੋਈ ਹੈ ਅਧੂਰ ਤੇਰੇ ਸਭੈ ਸੋ ਕਹੀਜੀਏ। ਗੁਰੂ ਅੰਗਦ ਦੇ ਪਾਤਸ਼ਾਹ ਬੜੇ ਪਿਆਰ 'ਚ ਕਹਿੰਦੇ, ਭਾਈ ਬਾਲਾ ਜੀ ਫਿਰ ਇਸ ਸਾਖੀ ਨੂੰ ਅੱਗੇ ਸੁਣਾਓ, ਕੀ ਹੋਇਆ। ਹਜੂਰ ਸਾਹਿਬ ਗੁਰੂ ਨਾਨਕ ਜੋ ਆਪ ਸਾਹਿਬ ਨੇ, ਜਿਨ੍ਹਾਂ ਦੇ ਹਜ਼ੂਰ ਭਾਈ ਬਾਲਾ ਨੇ, ਕਹਿੰਦੇ ਫਿਰ ਕੀ ਉਸ ਪਰਬਤ ਤੇ ਬੀਤਿਆ। ਹੁਣ ਕੱਲੀ ਇਹ ਕਥਾ ਸੁਣਾਈ ਨਹੀਂ ਜਾ ਰਹੀ, ਸੁਣਾਉਣ ਵਾਲੇ ਸੁਣਾ ਰਹੇ ਨੇ ਭਾਈ ਬਾਲਾ ਜੀ, ਤੇ ਲਿਖਣ ਵਾਲੇ ਲਿਖ ਵੀ ਰਹੇ ਨੇ। ਲਿਖਾਈ ਆ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਕਥਾ। ਜੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਰਉਪਕਾਰ ਕੀਤਾ ਤੇ ਅੱਜ ਆਪਾਂ ਤਾਂ ਸੁਣ ਰਹੇ ਹਾਂ। ਜੇ ਭਾਈ ਬਾਲਾ ਜੀ ਲਿਖਾਉਂਦੇ ਹੀ ਨਾ, ਸਰੀਰ ਦਾ ਪਰਿਤਿਆਗ ਕਰ ਜਾਂਦੇ, ਸਾਰੀ ਕਥਾ ਉਹਨਾਂ ਨਾਲ ਚਲੇ ਜਾਂਦੀ, ਸਾਨੂੰ ਤੁਹਾਨੂੰ ਸੁਣਨ ਦਾ ਭਾਗ ਕਿੱਥੋਂ ਮਿਲਣਾ ਸੀ। ਇਹ ਸਭ ਉਹਨਾਂ ਦੀਆਂ ਰਹਿਮਤਾਂ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਦੀਆਂ, ਉਹਨਾਂ ਦੀ ਦਇਆ ਹੈ ਸਾਡੇ। ਸਾਹਿਬ ਜੀ ਦਾ ਹੁਕਮ ਹੋਇਆ, ਭਾਈ ਬਾਲਾ ਜੀ ਨੇ ਫੇਰ ਲਾਇਆ ਚੌਂਕੜਾ, ਧਿਆਨ ਲੈ ਕੇ ਗਏ ਉੱਥੇ, ਕਿਉਂਕਿ ਜੇ ਸੁਣਾਉਣ ਵਾਲਾ ਇਕਾਗਰ ਚੇਤਾ ਤੇ ਸੁਣਨ ਵਾਲੇ ਦੀ ਇਕਾਗਰਤਾ ਤਾਂ ਬਣੇਗੀ। ਸੁਣਾਉਣ ਵਾਲਾ ਕੋਈ ਵੀ ਭਗਤਾ ਹੋਵੇ, ਜੇ ਉਹਦੀ ਆਪਣੀ ਸਰੋਤ ਭੰਗ ਹੋ ਜੇ, ਆਪਣਾ ਧਿਆਨ ਭੰਗ ਹੋ ਜੇ, ਆਪਣਾ ਆਨੰਦ ਖਰਾਬ ਹੋ ਜੇ, ਤੇ ਸੱਚਮੁੱਚ ਜੀ ਸੁਣਨ ਵਾਲਿਆਂ ਨੂੰ 1% ਵੀ ਰਸ ਨਹੀਂ ਆਉਂਦਾ। ਤੇ ਭਾਈ ਬਾਲਾ ਜੀ ਜਦ ਵੀ ਸੁਣਾਉਂਦੇ ਸੀ ਨਾ, ਆਪਾਂ ਨਿਵਰਤ ਕਰਕੇ ਸੁਣਾਉਂਦੇ ਆ, ਭਿੱਜ ਕੇ। ਉਹਨਾਂ ਨੂੰ ਕੋਈ ਮਾਣ ਨਹੀਂ ਇਸ ਗੱਲ ਦਾ ਵੀ ਮੈਂ ਗੁਰੂ ਸਾਹਿਬ ਨਾਲ ਰਿਹਾ, ਇਹ ਆਮ ਸੰਗਤਾਂ ਨੇ, ਇਹਨਾਂ ਨੇ ਕਿਹੜਾ ਮਰਦ ਨੂੰ ਵੇਖਿਆ, ਮੈਂ ਤੇ ਖਾਸ ਹੋ ਗਿਆ। ਨਹੀਂ, ਸੰਗਤ ਦੀ ਧੂੜ ਬਣ ਕੇ ਬੜੇ ਮਿੱਠੇ ਮਿੱਠੇ ਅਲਫਾਜ਼ ਰਸਨਾ ਤੋਂ ਬੋਲਦੇ ਹਨ। ਸੁਦਾ ਇਤਿਹਾਸ ਗੁਰਿਆਵਾ ਤੁਝ ਪਾਸ, ਸਭ ਔਰ ਕੋ ਸੁਨਾਈ ਨ ਅਘਾਈ ਨਿਤ ਪੀਜੀਏ। ਗੁਰੂ ਅੰਗਦ ਦੇ ਪਾਤਸ਼ਾਹ ਜੀ ਫਿਰ ਬੜੇ ਪਿਆਰ 'ਚ ਕਹਿੰਦੇ, ਭਾਈ ਬਾਲਾ ਜੀ ਇਹ ਕਥਾ ਨਹੀਂ, ਇਹ ਅੰਮ੍ਰਿਤ ਹੈ। ਜਿਹਨੂੰ ਪੀ ਪੀ ਕੇ, ਜਿਹਨੂੰ ਛਕ ਛਕ ਕੇ, ਜਿਹਨੂੰ ਸੁਣ ਸੁਣ ਕੇ ਮਨ ਅਘਾਏ, ਰੱਜਦਾ ਹੀ ਨਹੀਂ, ਜੀ ਕਰਦਾ ਹੋਰ ਸੁਣਾ, ਹੋਰ ਸੁਣਾ, ਹੋਰ ਸੁਣਾ। ਭਾਈ ਬਾਲਾ ਜੀ ਸੁਣਾਉਣ ਲੱਗੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਬੈਠ ਗਏ, ਕਿਉਂਕਿ ਇੱਕ ਇੱਕ ਸ਼ਬਦ ਕੰਨਾਂ 'ਚੋਂ ਸੁਣਦੇ ਆ, ਮਿਸ਼ਰੀ ਵਾਂਗ ਅੰਦਰ ਘੋਲ ਲੈਂਦੇ ਆ। ਤੇ ਜਿੰਨੇ ਸਰੋਤੇ ਬੈਠੇ ਸੀ, ਜਿੰਨੀ ਸੰਗਤ ਬੈਠੀ ਸੀ, ਸਭ ਇਕਾਗਰ ਚਿੱਤ ਹੋ ਗਏ। ਬਾਲਾ ਕਹੇ ਐਸੀ ਹੋਈ, ਮੋਹਿ ਢਿੱਗ ਬੈਸੇ, ਸਭ ਜੈਸੇ ਬਿਦ ਭਾਈ, ਤੈਸੇ ਬਰਨੋ ਸੁਨੀਜੀਏ। ਭਾਈ ਬਾਲਾ ਜੀ ਕਹਿੰਦੇ, ਗੁਰੂਦੇਵ ਸੁਣੋ ਫਿਰ, ਜਦ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੱਜੇ ਪਾਸੇ ਬੈਠਾ, ਖੱਬੇ ਪਾਸੇ ਭਾਈ ਮਰਦਾਨਾ, ਸਾਹਮਣੇ ਚਰਪਟਨਾਥ ਬੈਠੇ ਆ, ਸਿੱਧਾ ਤੋਂ ਸਿੱਧਾ ਬੜੇ ਪਿਆਰ ਦੀਆਂ ਗੱਲਾਂ ਚੱਲਦੀਆਂ। ਲੋਹਾ ਰੀਪਾ
ਗੁਰੂ ਸਾਹਿਬ ਦੇ ਤੇ ਚਰਨਾਂ ਤੇ ਮੱਥਾ ਹੀ ਟੇਕਦਾ ਫਿਰਦਾ ਹੈ, ਨਮਸਕਾਰਾਂ ਹੀ ਕਰੀ ਜਾਂਦਾ ਬਾਰ-ਬਾਰ। ਕਿੰਨੇ ਸਿੱਧ ਨੇ? 84 ਦੇ 84 ਸਿੱਧ ਆਪਣੀ ਮੰਡਲੀ ਵਿੱਚ ਬੈਠੇ ਇਹ ਦ੍ਰਿਸ਼ ਵੇਖ ਰਹੇ ਨੇ, ਕਿਉਂਕਿ ਉਹ ਅੰਤਰਜਾਮੀ ਨੇ, ਸਾਰੇ ਕਰਾਮਾਤੀ ਨੇ ਵੀ ਹੋ ਕੀ ਰਿਹਾ ਹੈ। ਲੋਹਾ ਰੀਪਾ ਨੇ ਤੇ ਮੱਥਾ ਟੇਕ ਸਤਿਗੁਰਾਂ ਨੂੰ ਕਿਹਾ, ਬਾਬਾ ਮੈਨੂੰ ਸੁਣਾ ਦਿਓ ਕੁਛ, ਮੈਨੂੰ ਗਿਆਨ ਦੇ ਦਿਓ। ਜਿੰਨੇ ਸਿੱਧ ਪਹਿਲਾਂ ਕਿਸੇ ਨੇ ਗਿਆਨ ਮੰਗਿਆ? ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਮੁਖ ਵੱਲ ਵੇਖਿਆ। ਅਸੀਂ ਹੱਥ ਜੋੜ ਕੇ ਆਖਿਆ, ਪਾਤਸ਼ਾਹ ਇਹਨਾਂ ਤੇ ਕਿਰਪਾ ਕਰ ਦਿਓ। ਬਾਲਾ ਜੋ ਅਲਾਏ ਪੜਾ ਲਿਖਤ ਬਣਾਏ, ਗੁਰੂ ਅੰਗਦ ਸੁਨਾਏ, ਸੋ ਤੁਮ ਸੁਣ ਲੀਜੀਏ। ਹੁਣ ਕਵੀ ਸੰਤੋਖ ਸਿੰਘ ਆਖਦੇ ਆ, ਗੁਰੂ ਅੰਗਦ ਦੇ ਪਾਤਸ਼ਾਹ ਸੰਗਤਾਂ ਸਮੇਤ ਸੁਣ ਰਹੇ ਨੇ, ਭਾਈ ਬਾਲਾ ਜੀ ਸੁਣਾ ਰਹੇ ਨੇ। ਇਸ ਕਥਾ ਨੂੰ ਲਖਾਰੀ ਬਣ ਕੇ ਭਾਈ ਪੈੜਾ ਜੀ ਲਿਖ ਰਹੇ ਨੇ, ਜਿਨ੍ਹਾਂ ਨੂੰ ਪੈੜਾ ਮੁਖਾ ਕਿਹਾ ਜਾਂਦਾ। ਕਥਾ ਲਿਖ ਰਹੇ ਹੋ ਨਾਲ ਦੀ ਨਾਲ, ਕਿਉਂਕਿ ਭਾਈ ਬਾਲਾ ਜੀ ਬੜੇ ਰਹੱਸ ਵਿੱਚ, ਬੜੇ ਸਹਿਜ ਵਿੱਚ, ਬੜੇ ਵਿਸਥਾਰ ਵਿੱਚ ਇੱਕ ਗੱਲ ਸੁਣਾਉਂਦੇ ਆ। ਉਹ ਇਹ ਕੰਮ ਨਹੀਂ ਆ ਵੀ ਅੱਗੇ ਅੱਗੇ ਸੁਣਾਈ ਚਲੋ ਸਾਖੀ ਟਾਈਪ, ਕਿਸੇ ਦੇ ਪੱਲੇ ਪਵੇ ਨਾ ਪਵੇ ਸਾਨੂੰ ਕੀ, ਇਸ ਤੇ ਟਾਈਮ ਪਾਸ ਕਰਨਾ ਨਹੀਂ। ਰਸ ਵਿੱਚ ਕੱਲੀ ਕੱਲੀ ਗੱਲ ਐਕਸਪਲੇਨ ਕਰਦੇ ਨੇ। ਤੇ ਭਾਈ ਪੈੜੇ ਨੇ ਹੂਬਹੂ ਲਿਖੀ, ਉਹਨੂੰ ਕਹਿੰਦੇ ਆ ਭਾਈ ਬਾਲੇ ਵਾਲੀ ਜਨਮ ਸਾਖੀ, ਜੋ ਗੁਰੂ ਅੰਗਦ ਦੇ ਪਾਤਸ਼ਾਹ ਨੇ ਸੁਣੀ, ਭਾਈ ਬਾਲੇ ਨੇ ਸੁਣਾਈ ਤੇ ਲਿਖੀ ਭਾਈ ਪੈੜੇ ਨੇ ਹੈ, ਜੋ ਅੱਜ ਵੀ ਪ੍ਰਾਪਤ ਹੋ ਜਾਂਦੀ ਹੈ ਭਾਈ ਬਾਲਾ ਜੀ ਦੀ ਜਨਮ ਸਾਖੀ, ਜਿਸ ਦੇ ਵਿੱਚੋਂ ਕਵੀ ਸੰਤੋਖ ਸਿੰਘ ਜੀ ਨੇ ਸਮੁੱਚਾ ਇਤਿਹਾਸ ਲਿਖਿਆ। ਉਹਨੂੰ ਬੇਸ ਬਣਾ ਕੇ ਭਾਈ ਬਾਲਾ ਜੀ ਦੀ ਜਨਮ ਸਾਖੀ, ਜਦੋਂ ਕਹਿੰਦੇ ਭਾਈ ਬਾਲਾ ਜੀ ਨੇ ਇਸ ਕਥਾ ਨੂੰ ਸ਼ੁਰੂ ਕੀਤਾ ਨਾ ਆਨੰਦ 'ਚ, ਤੇ ਇਸ ਦਰਬਾਰ ਦੇ ਵਿੱਚ ਖਾਮੋਸ਼ੀ ਛਾ ਗਈ, ਅੰਮ੍ਰਿਤ ਦੇ ਝਰਨੇ ਵਗਦੇ ਨੇ। ਕੀ ਬਾਲਾ ਸੁੰਦਰ ਵਾਚ ਦੋਹਰਾ, ਲੋਹਰੀ ਪਾ ਹਰਖਿਓ ਬਹੁਤ, ਜਾਣਿਓ ਸਫਲ ਸਰੀਰ। ਕਥਾ ਸੁਣਾਉਂਦੇ ਸੁਣਾਉਂਦੇ ਭਾਈ ਬਾਲਾ ਜੀ ਸੰਗਤ ਦੀ ਸੁਰਤ ਉਸੇ ਥਾਂ ਤੇ ਲੈ ਗਏ। ਕਹਿੰਦੇ ਭਾਈ ਲੋਹਾ ਦੀਪਾ ਸਿੱਧ ਗੁਰੂ ਸਾਹਿਬ ਦੇ ਸਾਹਮਣੇ ਹੱਸ ਰਿਹਾ ਹੈ, ਮੁਸਕਰਾ ਰਿਹਾ ਹੈ, ਖੁਸ਼ ਬਹੁਤ ਹੈ। ਕਹਿੰਦਾ ਪਾਤਸ਼ਾਹ ਅੱਜ ਰੱਬ ਮਿਲ ਗਿਆ, ਅੱਜ ਕਿਰਪਾ ਹੋ ਗਈ ਤੁਹਾਡੇ ਰੂਪ 'ਚ, ਮੇਰਾ ਚਿੱਤ ਨਹੀਂ ਕਰਦਾ ਮੈਂ ਤੁਹਾਡੇ ਕੋਲ ਉੱਠ ਕੇ ਦੂਰ ਜਾਵਾਂ। ਸੋ ਭਗ ਵਾਕ ਗੋਸ਼ਟ ਕਰੀ, ਬੈਠ ਗੁਰੂ ਕੇ ਤੀਰ। ਸਾਹਿਬ ਕਹਿੰਦੇ ਮੰਗ ਲਾ ਕੁਛ। ਲੋਹਾ ਰੀਪਾ ਕਹਿੰਦਾ ਬਾਬਾ ਜਿਹਨੂੰ ਤੁਸੀਂ ਮਿਲ ਗਏ ਉਹਨੂੰ ਮੰਗਣ ਦੀ ਕੀ ਲੋੜ ਹੈ, ਜਿਹਨੂੰ ਰੱਬ ਹੀ ਮਿਲ ਗਿਆ ਉਹਨੇ ਮੰਗਣਾ ਕੀ ਹੈ। ਸਾਹਿਬ ਕਹਿੰਦੇ ਫਿਰ ਪੁੱਛ, ਜੋ ਤੂੰ ਪੁੱਛਣਾ ਚਾਹੁੰਦਾ ਹੈ ਭਾਈ ਆਪਣੇ ਅੰਦਰ ਦੀ ਤਸੱਲੀ ਵਾਸਤੇ। ਲੋਹਾ ਰੀਪਾ ਸਤਿਗੁਰਾਂ ਦੇ ਕੋਲ ਬਹਿ ਕੇ, ਬਿਲਕੁਲ ਕੋਲ ਬਹਿ ਕੇ ਬੜੇ ਪਿਆਰ 'ਚ ਬਹੁਤ ਸਵਾਲ ਕਰਦਾ ਹੈ। ਮਹਾਰਾਜ ਜਵਾਬ ਦਿੰਦੇ ਆ। ਕਹਿੰਦੇ ਕਈ ਘੰਟੇ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਗੋਸ਼ਟ ਚੱਲਦੀ ਰਹੀ ਹੈ। ਗੋਸ਼ਟ ਮਤਲਬ ਚਰਚਾ, ਸਿੱਧ ਗੋਸ਼ਟ। ਲੋਹਾ ਰੀਪਾ ਮਹਾਰਾਜ ਨੂੰ ਸਵਾਲ ਪੁੱਛਦਾ ਅੰਤਰੀਵ। ਗੁਰੂ ਨਾਨਕ ਸਾਹਿਬ ਮਹਾਰਾਜ ਜਿਵੇਂ ਪੁੱਤਰ ਨੂੰ ਸਮਝਾਉਂਦੇ ਆ ਨਾ, ਉਸ ਸਿੱਧ ਨੂੰ ਇਹਨੇ ਪਿਆਰ ਨਾਲ ਦੱਸਦੇ ਹਨ। ਸਵਈਆ ਹੋਏ ਬਿਦਾ ਪੁਨ ਗੋਰਖ ਕੇ, ਟਿਕ ਜਾਏ ਆਦੇਸ਼ ਆਦੇਸ਼ ਕਰੀ। ਸਤਿਗੁਰਾਂ ਨੂੰ ਮੱਥਾ ਟੇਕਿਆ, ਆਸ਼ੀਰਵਾਦ ਲਿਆ। ਮਹਾਰਾਜ ਕਹਿੰਦੇ ਸਦਾ ਆਨੰਦ ਵਿੱਚ ਰਹੋ। ਨਮਸਕਾਰ ਕਰਕੇ ਨਾ ਲੋਹਾ ਰੀਪਾ ਅਲੋਪ ਹੋ ਆ ਗਿਆ ਸਿੱਧਾਂ ਦੀ ਮੰਡਲੀ 'ਚ। ਗੋਰਖਨਾਥ ਜਿੱਥੇ ਬੈਠੇ ਆ ਨਾ, ਆਪਣੇ ਗੁਰੂ ਨੂੰ ਹੱਥ ਜੋੜ ਕੇ ਕਹਿੰਦਾ ਆਦੇਸ਼ ਆਦੇਸ਼ ਆਦੇਸ਼। ਗੋਰਖ ਨੇ ਆਦੇਸ਼ ਆਖੀ, ਸਾਰੇ ਸਿੱਧਾਂ ਨੇ ਆਦੇਸ਼ ਕੀਤੀ, ਪਰ ਕਹਿੰਦੇ ਇਹਦੇ ਬੋਲਾਂ ਦੇ ਵਿੱਚ ਸਤਿਆ ਸੀ, ਸ਼ਾਂਤੀ ਸੀ, ਲਹਿਜਾ ਬੜਾ ਠਰਮੇ ਵਾਲਾ ਸੀ। ਜਦੋਂ ਗਿਆ ਸੀ ਕੀ ਕਹਿੰਦਾ ਸੀ? ਭੜਕ ਕੇ ਕਹਿੰਦਾ ਲਿਆਉਂ ਚੁੱਕ ਕੇ ਹੁਣ, ਇਹਨਾਂ ਨੂੰ ਨਹੀਂ ਜਾਣ ਦਿੰਦਾ ਕਿਤੇ ਮੈਂ। ਗੁਰੂ ਜੀ ਤੁਹਾਡੇ ਪੈਰਾਂ ਵਿੱਚ ਸੁੱਟਾਂਗਾ ਤੇ ਤੁਸੀਂ ਗੁਰੂ ਬਣੋਗੇ ਜਗਤ ਦੇ। ਤੇ ਬਾਬੇ ਨਾਨਕ ਦੇ ਅੱਜ ਉਹੀ ਲੋਹਾ ਰੀਪਾ ਆਪਣੇ ਗੁਰੂ ਦੇ ਬਿਲਕੁਲ ਕਰੀਬ ਆ ਕੇ ਚੌਂਕੜਾ ਮਾਰ ਕੇ ਬੈਠ ਗਿਆ। ਪੂਰਨ ਭਾ ਅਵਤਾਰ ਸਹੀ, ਭਵ ਤਾਰਨ ਕੋ ਪਗ ਧੂਰ ਤਰੇ। ਗੋਰਖਨਾਥ ਹੱਸ ਕੇ ਪੁੱਛਦੇ ਆ ਲੋਹਾ ਰੀਪਾ ਕੀ ਬਣਿਆ?
ਦੋਨੋਂ ਹੱਥ ਜੋੜ ਕੇ ਕਹਿੰਦਾ ਗੁਰੂ ਗੋਰਖ ਉਹ ਆਪ ਰੱਬ ਦੇ ਅਵਤਾਰ ਨੇ ਗੁਰੂ ਨਾਨਕ ਸਾਹਿਬ, ਆਪ ਪਰਮੇਸ਼ਰ, ਆਪ ਰੱਬ ਨੇ। ਉਹਨਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ। ਆਖੋ ਸਤਿਨਾਮ, ਮੇਰਾ ਜੀਵਨ ਧਨ ਹੋ ਗਿਆ। ਤੇ ਜਿਹੜੇ ਕੋਲ ਹੰਕਾਰੀ ਬੈਠੇ ਸੀ ਉਹ ਥੋੜਾ ਮੰਨਦੇ ਆ ਜੀ। ਹੰਕਾਰੀ ਤੇ ਕਹਿੰਦਾ ਜੇ ਮੈਂ ਅਜਮਾਇਸ਼ ਨਹੀਂ ਕੀਤੀ, ਮੈਂ ਨਹੀਂ ਵੇਖਿਆ, ਮੈਨੂੰ ਪਤਾ ਹੈ, ਇਹ ਤੇ ਡਰ ਗਿਆ। ਲੋਹਾ ਰੀਪਾ ਕਹਿੰਦਾ ਜੀ ਉਹਨਾਂ ਨੂੰ ਮਿਲ ਕੇ ਹੁਣ ਇੱਛਾ ਰਹੀ ਕੋਈ ਨਹੀਂ। ਗੁਰੂ ਜੀ ਨਾ ਹੁਣ ਜਿਉਣ ਦੀ ਇੱਛਾ ਏ, ਨਾ ਹੁਣ ਮਰਨ ਦੀ ਇੱਛਾ ਏ, ਨਾ ਕਿਸੇ ਰਾਜ ਦੀ ਇੱਛਾ ਏ, ਭਾਵ ਮੈਂ ਬੰਧਨਾਂ ਤੋਂ ਮੁਕਤ ਹੋ ਗਿਆ, ਮੇਰੇ ਤੇ ਕਿਰਪਾ ਕੀਤੀ। ਹੁਣ ਪਤਾ ਗੋਰਖਨਾਥ ਨੂੰ ਸਾਰਾ ਕੁਝ ਹੈ, ਅਣਜਾਣ ਥੋੜੀ ਆ। ਪਰ ਉਹ ਚਲੋ ਇੱਕ ਅੰਦਰ ਹਉਮੈ ਹੁੰਦੀ ਆ ਵੀ ਮੈਂ ਵੱਡਾ ਤੇ ਫਿਰ ਵੱਡਾ ਹੀ ਰਵਾਂ ਬਣ ਕੇ। ਲੋਹਾ ਰੀਪਾ ਦੀਆਂ ਗੱਲਾਂ ਸੁਣੇ, ਇਹਨਾਂ ਗੱਲਾਂ ਵਿੱਚ ਬੜੀ ਮਿਠਾਸ ਹੈ, ਬੜੀ ਨਿਮਰਤਾ ਹੈ। ਸਿੱਧਾਂ ਦੀ ਮੰਡਲੀ ਚ ਆਖਿਆ ਅਸੀਂ ਕੌਣ ਹੁੰਨੇ ਆ ਉਹਨਾਂ ਨੂੰ ਜਿੱਤਣ ਵਾਲੇ। ਆਖੋ ਸਤਿਨਾਮ। ਸਾਰੀ ਸ੍ਰਿਸ਼ਟੀ ਵੀ ਇੱਕ ਪਾਸੇ ਹੋ ਜੇ ਤੇ ਉਸ ਰੱਬ ਨੂੰ ਕੋਈ ਇੱਕ ਸਵਾਲ ਚ ਨਹੀਂ ਜਿੱਤ ਸਕਦਾ। ਨੂਰ ਨੇ ਪਰਮੇਸ਼ਰ ਦੇ, ਉਹਨਾਂ ਦੇ ਪਾਸ ਬਹਿ ਕੇ ਮੈਨੂੰ ਆਪਣੇ ਆਪ ਦੀ ਸੋਝੀ ਮਿਲੀ ਹੈ। ਹੋਏ ਨਾ ਤਾਹੇ ਸਮਾਨ ਲਖੋਂ ਕਿਤ, ਜਾਂ ਮਿਲ ਮਦ ਕੋ ਬਿਦ ਤਰੇ। ਪਰ ਮੈਂ ਕਹਿਣਾ ਵੀ ਜਦੋਂ ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਮਿਲਣ ਤੋਂ ਬਾਅਦ ਮੇਰੇ ਅੰਦਰ ਦੀ ਕੋਈ ਆਸਾ ਨਹੀਂ ਰਹੀ, ਮਨਸਾ ਨਹੀਂ ਰਹੀ, ਇੱਛਾ ਨਹੀਂ ਰਹੀ, ਤੇ ਮੇਰੀ ਤੇ ਮਾੜੀ ਮੱਤ ਹਾਰ ਦਿੱਤੀ, ਉਹਨਾਂ ਨੇ ਖਤਮ ਹੀ ਕਰ ਦਿੱਤੀ ਹੈ। ਜਦ ਮੈਂ ਉਹਨਾਂ ਕੋਲ ਗਿਆ ਸੀ ਮੇਰੀ ਮੱਤ ਖੋਟੀ ਸੀ, ਮੈਂ ਉਹਨਾਂ ਨੂੰ ਬੜੇ ਕੌੜੇ ਬੋਲ ਬੋਲੇ। ਮੈਨੂੰ ਦੋ ਹੀ ਗੱਲਾਂ ਆਖੀਆਂ ਉਹਨਾਂ ਨੇ, ਕਹਿੰਦੇ ਓਏ ਚਰਪਟਾ ਕਿਉਂ ਕੌੜਾ ਬੋਲਦਾ ਹੈ? ਅਸੀਂ ਤੇ ਤੈਨੂੰ ਮਾੜਾ ਸ਼ਬਦ ਹੀ ਕੋਈ ਨਹੀਂ ਆਖਿਆ, ਕਿਉਂ ਗੁੱਸਾ ਕਰਦਾ ਹੈ? ਪਿਆਰ ਚ ਪੇਸ਼ ਆ। ਕਹਿੰਦਾ ਜੀ ਮੈਂ ਬੜੇ ਸਵਾਲ ਕੀਤੇ, ਉਹਨਾਂ ਤੇ ਉਂਗਲਾਂ ਤੇ ਰੱਖੇ ਸੀ ਜਵਾਬ। ਹਰ ਸਵਾਲ ਦਾ ਜਵਾਬ ਉਹਨਾਂ ਤਸੱਲੀ ਬਖਸ਼ ਦਿੱਤਾ। ਮੈਂ ਚਰਚਾ ਕੀਤੀ, ਕਰਾਮਾਤ ਵਰਤਾਈ, ਪਰ ਉਹਨਾਂ ਦੇ ਸਾਹਮਣੇ ਮੈਂ ਹਾਰ ਗਿਆ। ਮੈਂ ਆਪਾ ਸੌਂਪ ਕੇ ਆ ਗਿਆ, ਮੱਥਾ ਟੇਕ ਕੇ ਆ ਗਿਆ, ਮੈਨੂੰ ਆਨੰਦ ਮਿਲਿਆ, ਇਸ ਲਈ ਮੈਂ ਹੁਣ ਬੈਸਣਾ ਨਹੀਂ ਚਾਹੁੰਦਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਗੁਰੂ ਨੂੰ ਕਹਿੰਦੇ ਆ ਜਿਹਨੂੰ ਮਿਲਿਆ ਤਾਂ ਜੀਵਨ ਵਿੱਚ ਆਨੰਦ ਆ ਜੇ, ਰਸ ਆ ਜੇ, ਮੁੜ ਕੇ ਇੱਛਾ ਹੀ ਨਾ ਰਹੇ ਕੋਈ। ਜਦੋਂ ਇਹ ਸਾਰੀਆਂ ਗੱਲਾਂ ਲੋਹਾ ਰੀਪਾ ਦੇ ਮੁਖ ਤੋਂ ਸੁਣੀਆਂ ਨਾ, ਸਿੱਧ ਮੰਡਲੀ हैरान परेशान हो गए। ओ नह जीतन को समरथ, सुने पुन गोरख यूं चरे। ਜਦੋਂ ਗੋਰਖ ਨੇ ਸੁਣਿਆ, ਗੋਰਖ ਖੁਦ ਹੈਰਾਨ। ਲੋਹਾ ਰੀਪਾ ਕਹਿੰਦਾ ਜੀ ਉਹਨਾਂ ਨੂੰ ਜਿੱਤਣ ਵਾਲਾ ਅਜੇ ਤੱਕ ਕੋਈ ਜੰਮਿਆ ਹੀ ਨਹੀਂ। ਸਿੱਧ ਕਹਿੰਦਾ ਨਹੀਂ ਜਿੱਤ ਸਕਦਾ। ਮੈਂ ਕਹਿੰਦਾ ਮੇਰਾ ਤਜਰਬਾ ਕਹਿੰਦਾ ਏ, ਸਾਡੀ ਸਿੱਧ ਮੰਡਲੀ ਦੇ ਵਿੱਚੋਂ ਗੋਰਖ ਜੀ ਤੁਹਾਡੇ ਸਮੇਤ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਕਦੇ ਕੋਈ ਜਿੱਤ ਹੀ ਨਹੀਂ ਸਕਦਾ। ਆਖੋ ਸਤਿਨਾਮ। ਪਰ ਆਪਣੇ ਚੇਲਿਆਂ ਦੇ ਸਾਹਮਣੇ ਗੁਰੂ ਇਹ ਗੱਲ ਆਪਣੇ ਚੇਲੇ ਤੋਂ ਸੁਣੇ ਤੇ ਮਰਨ ਨਹੀਂ ਹੋ ਜੂਗਾ ਵੀ ਉਸਤਾਦ ਜੀ ਤੁਸੀਂ ਤੇ ਡੁੱਬ ਗਏ। ਜਦੋਂ ਲੋਹਾ ਰੀਪਾ ਨੇ ਗੱਲ ਕਹਿਤੀ ਨਾ, ਸੋਗ ਮਚ ਗਿਆ ਸਿੱਧਾਂ ਦੀ ਮੰਡਲੀ ਚ। ਸਿੱਧਾਂ ਨੂੰ ਆ ਗਿਆ ਗੁੱਸਾ, ਕਹਿੰਦੇ ਓਏ ਬਾਬੇ ਨਾਨਕ ਨਾਲ ਰਲ ਗਿਆ ਜਾ ਕੇ, ਉਹਨੇ ਇਹਨੂੰ ਕੋਈ ਕਰਾਮਾਤ ਦੇਤੀ ਹੋਣੀ, ਕੁਛ ਦੇ ਦਿੱਤਾ ਹੋਣਾ, ਉਹਨਾਂ ਦੇ ਸੋਲੇ ਪੜਦਾ ਏ। ਕਬਿਤ ਬੈਸ ਢਿਗ ਆਈਏ, ਮੁਖ ਧੂਸਨ ਕਰਈਏ, ਨਹਿ ਔਰ ਕੋ ਸੁਣੀਏ, ਜਿਉ ਕਰੈ ਅਭਮਾਨ ਕੋ। ਗੋਰਖਨਾਥ ਬੜੇ ਹੰਕਾਰ ਚਾ ਕੇ ਕਹਿੰਦਾ ਉਹ ਬਹਿ ਜਾ ਲੋਹਾ ਰੀਪਾ, ਕੁਛ ਨਹੀਂ ਸੁਣਨਾ ਤੇਰੇ ਤੋਂ ਮੈਂ। ਟਿਕ ਕੇ ਬਹਿ ਜਾ, ਸ਼ਾਂਤ ਹੋ ਕੇ, ਬਸ ਤੂੰ ਜੋ ਕਰਨਾ ਸੀ ਕਰ ਆਇਆ, ਮੈਨੂੰ ਪਤਾ ਤੂੰ ਹਾਰ ਗਿਆ। ਕਿਉਂਕਿ ਗੋਰਖ ਦੇ ਅੰਦਰ ਹੰਕਾਰ ਹੈ। ਹੰਕਾਰੀ ਬੰਦਾ ਕਦੇ ਕਿਸੇ ਦੀ ਤਾਰੀਫ ਸੁਣ ਸਕਦਾ ਜੀ? ਉਹ ਘਰ ਬਹਿ ਕੇ ਕੱਲਾ ਵੀ ਸਿਫਤ ਨਹੀਂ ਸੁਣ ਸਕਦਾ ਕਿਸੇ ਦੀ, ਉਹਦਾ ਸੁਭਾਅ ਹੀ ਐਸਾ। ਤੇ ਜਦੋਂ ਆਪਣੇ ਗੁਰੂ ਦੇ ਬਚਨਾਂ ਨੂੰ ਸੁਣਿਆ, ਹੁਣ ਗੁਰੂ ਅੰਦਰ ਤੇ ਹਉਮੈ ਬੋਲਦੀ ਭੜਕ ਭੜਕ ਕੇ, ਤੇ ਜਿਹਦਾ ਗੁਰੂ ਆਪ ਟੱਪਣਾ ਹੋਵੇ ਤੇ ਚੇਲੇ ਤੇ ਛੜਪ ਹੋਣਗੇ ਨਾ। ਬਾਕੀ ਸਿੱਧ ਨੇੜੇ ਆ ਕੇ ਕਹਿੰਦੇ ਗੋਰਖਨਾਥ ਜੀ ਇਹਦੀ ਗੱਲ ਛੱਡੋ, ਇਹ ਹਾਰ ਚੁੱਕੀ ਹੈ। ਹਰਿਆ ਤੇ ਮਰਿਆ ਇੱਕ ਬਰਾਬਰ ਹੁੰਦਾ ਏ। ਬਾਦ ਕੋ ਕਰਾਏ ਜਬ, ਮਾਨ ਮਿਟ ਜਾਏ ਤਬ, ਜਾਨਤ ਸੋ ਨਹੀਂ ਅਬ,
ਹਮਰੇ ਸਮਾਨ ਕੋ। ਤੇ ਫੇਰ ਉਹ ਸਿੱਧ ਕਹਿੰਦੇ ਆ ਕੋਈ ਗੱਲ ਨਹੀਂ, ਅਜੇ ਕੀ ਹੋਇਆ ਗੁਰੂ ਜੀ, ਜਦੋਂ ਅਸੀਂ ਨਾ ਵਾਦ ਵਿਵਾਦ ਕਰਾਂਗੇ ਅਜੇ ਤੇ ਬਾਬਾ ਨਾਨਕ ਸਾਡੇ ਬਾਰੇ ਜਾਣਦੇ ਹੀ ਨਹੀਂ ਕੁਛ। ਸਾਨੂੰ ਪਤਾ ਉਹਨਾਂ ਸਾਡੇ ਸਾਹਮਣੇ ਹਾਰ ਜਾਣਾ ਹੈ, ਸਾਨੂੰ ਥੋੜੀ ਮੌਕਾ ਮਿਲਿਆ। 1 2 3 ਬੰਦੇ ਗਏ ਆ, 2 3 ਸਿੱਧ ਹੀ ਗਏ ਆ, 2 ਆ ਕੇ ਕਹਿੰਦੇ ਵੀ ਅਜੇ ਕੁਛ ਨਹੀਂ ਬਣਿਆ, ਤੀਜਾ ਕੇ ਕਹਿੰਦਾ ਜੀ ਉਹਨਾਂ ਵਰਗਾ ਹੀ ਕੋਈ ਨਹੀਂ। ਕਹਿੰਦੇ ਗੁਰੂ ਜੀ ਸਾਡੀ ਕੋਈ ਤਸੱਲੀ ਨਹੀਂ ਹੋਈ, ਅਜੇ ਸਾਨੂੰ ਮੌਕਾ ਨਹੀਂ ਮਿਲਿਆ, ਅਸੀਂ ਜ਼ਰੂਰ ਜਾਵਾਂਗੇ ਗੁਰੂ ਨਾਨਕ ਸਾਹਿਬ ਨੂੰ ਹਰਾ ਕੇ ਆਵਾਂਗੇ। ਕਿਉਂਕਿ ਉਹ ਗੁਰੂ ਨਹੀਂ ਕਹਿੰਦੇ, ਗੁਰੂ ਸਾਡੇ ਆ, ਉਹਨਾਂ ਲਈ ਤੇ ਬਾਬਾ ਨਾਨਕ ਹੀ ਹੈ। ਇਹ ਕਾਮ ਸਿੱਧ ਪੁਰਸ਼ ਕਹਿ ਲਓ ਉਹਨਾਂ ਲਈ ਤੇ, ਕਿਉਂਕਿ ਉਹ ਜੇ ਗੁਰੂ ਮੰਨ ਲੈਂਦੇ ਤੇ ਫਿਰ ਰੌਲਾ ਕਾਹਦਾ ਸੀ, ਫਿਰ ਲੜਾਈ ਝਗੜਾ ਕਾਹਦਾ ਹੈ। ਉਹ ਤੇ ਕਹਿੰਦੇ ਅਸੀਂ ਮਹਾਨ ਆ, ਅਸੀਂ ਵੱਡੇ ਆ, ਉਹ ਤੇ ਆਮ ਦੇ ਬੱਚੇ ਆ। ਸਿੱਧ ਮੰਡਲੀ ਦੇ ਵਿੱਚ ਕਾਂ ਹੋਣ ਲੱਗ ਪਈ, ਚਰਚਾ ਹੋਣ ਲੱਗ ਪਈ, ਰੌਲਾ ਪੈਣ ਲੱਗ ਪਿਆ। ਕੋਈ ਕਹੇ ਮੈਨੂੰ ਮੌਕਾ ਦਿਓ, ਕੋਈ ਕਹਿੰਦਾ ਮੈਨੂੰ ਦਿਓ। ਗੁਰੂ ਜੀ ਤੁਹਾਡੇ ਇਸ ਦਰਬਾਰ 'ਚ ਲੈ ਕੇ ਆਵਾਂਗੇ, ਉਹਨਾਂ ਨੂੰ ਸਿੱਧ ਬਣਾਵਾਂਗੇ। ਗੋਰਖ ਆਲਾਏ ਸਿੱਧ ਲੀਨੇ ਹੈ ਬੁਲਾਏ ਸਭ, ਵੈਸੇ ਆਏ ਕਹਿ ਅਦੇਸਤ ਮਹਾਨ ਕੋ। ਗੋਰਖਨਾਥ ਨੇ ਹੁਕਮ ਕੀਤਾ ਵੀ ਜਿੰਨੇ ਸਿੱਧ ਦੂਰ ਨੇੜੇ ਬੈਠੇ ਸਾਰੇ ਨੇੜੇ ਆ ਜਾਓ ਭਾਈ। ਕੋਈ ਕਿਸੇ ਪਰਬਤ ਤੇ ਬੈਠਾ, ਕੋਈ ਕਿਸੇ ਪਰਬਤ ਤੇ ਬੈਠਾ, ਸਾਰੇ ਉੱਡ ਕੇ ਕੋਲ ਆ ਗਏ, ਬਹਿ ਗਏ ਕੋਲੇ। ਗੁਰੂ ਕਹਿੰਦਾ ਆਪਾਂ ਹਾਰਨਾ ਨਹੀਂ ਸਿੱਖਿਆ। ਗੋਰਖਨਾਥ ਭਾਈ ਜੀ ਦਾ ਗੁਰੂ ਹੰਕਾਰੀ ਹੈ, ਚੇਲੇ ਹੋਣਗੇ। ਜਿਸ ਬੱਚੇ ਦੇ ਮਾਂ-ਬਾਪ ਹੰਕਾਰੀ ਹੋਣ ਤੇ ਬੱਚੇ ਨੂੰ ਹਉਮੈ, ਲੋਭ ਤੇ ਮੋਹ ਵਿਰਾਸਤ ਚੋਂ ਹੀ ਮਿਲਦਾ ਹੁੰਦਾ। ਕਿਸੇ ਪਰਿਵਾਰ ਨੂੰ ਜੇ ਪਰਖਣਾ ਨਾ, ਉਸ ਪਰਿਵਾਰ ਦੇ ਬੱਚੇ ਨੂੰ ਵੇਖ ਕੇ ਸਾਰਾ ਪਤਾ ਲੱਗ ਜਾਂਦਾ। ਬੱਚਾ ਵੇਖ ਲਓ, ਉਹਦਾ ਸੁਭਾਅ ਵੇਖ ਲਓ, ਪਤਾ ਲੱਗ ਜੂ ਟੱਬਰ ਕਿੱਡੀ ਕੁ ਕਰਤੂਤ ਦਾ ਮਾਲਕ ਹੈ, ਇਹ ਕੀ ਕੁਛ ਕਰ ਸਕਦੇ। ਹੁਣ ਗੋਰਖਨਾਥ ਉਹਨੇ ਸਿੱਧ ਬੁਲਾ ਲਏ ਸਾਰੇ। ਸਿੱਧ ਇੱਕ ਤੋਂ ਇੱਕ ਹੰਕਾਰੀ ਨੇ, ਆਪਣੇ ਗੁਰੂ ਨਾਲ ਬੈਠ ਕੇ ਹਮਦਰਦੀ ਕਰਦੇ ਆ। ਕਹਿੰਦੇ ਜੀ ਸਮੇਰ ਪਰਬਤ ਤੇ ਗੁਰੂ ਨਾਨਕ ਆਏ ਹੋਏ ਆ, ਬਾਬਾ ਨਾਨਕ ਆਪਣੇ ਸਿੱਖਾਂ ਦੇ ਸਮੇਤ, ਸਾਥੀਆਂ ਦੇ ਸਮੇਤ ਸਾਡੇ ਨਾਲ ਉਹ ਚਰਚਾ ਕਰਦੇ ਨੇ। ਗੋਰਖ ਉਚਾਰੇ ਤੁਮ ਸਿੱਧ ਕਲ ਧਾਰੇ, ਕੋ ਜੀਤੈ ਬਦ ਕਰੇ, ਜਾਏ ਨਾਨਕ ਸੁਜਾਨ ਕੋ। ਗੋਰਖ ਜੀ ਕਹਿੰਦੇ ਤੁਸੀਂ ਜਿੰਨੇ ਸਿੱਧ ਹੋ ਸਾਰੇ ਕਲਾਧਾਰੀ ਹੋ, ਕਰਾਮਾਤੀ ਹੋ। ਇਹ ਕੀ ਹੈ? ਫੂਕ ਛਕਾਉਣੀ। ਵੀ ਤੁਹਾਡੇ ਚੋਂ ਕਿਹੜਾ ਏ ਜੋ ਨਾਨਕ ਕਰਾਮਾਤੀ ਨੂੰ, ਕਹਿਣ ਲੱਗ ਗਿਆ ਕਰਾਮਾਤੀ ਨਾਲ, ਜੋ ਨਾਨਕ ਕਰਾਮਾਤੀ ਨੂੰ ਜਾ ਕੇ ਹਰਾ ਦੇਗਾ ਤੇ ਜਿੱਤ ਕੇ ਆਏਗਾ। ਤੁਸੀਂ ਜਿੱਤੋਗੇ ਤੇ ਉਹ ਹਾਰੇ। ਹੈ ਕੋਈ? ਬੜੇ ਸਿੱਧਾਂ ਨੇ ਹੱਥ ਖੜੇ ਕੀਤੇ ਜੀ ਮੈਨੂੰ ਮੌਕਾ ਦਿਓ, ਮੈਂ ਜਾਣਾ ਚਾਹੁੰਦਾ, ਮੈਨੂੰ ਮੌਕਾ ਦਿਓ, ਮੈਂ ਜਾਣਾ ਚਾਹੁੰਦਾ। ਤੇ ਗੁਰੂ ਦੀ ਮਰਜ਼ੀ ਹੈ ਕਿਹਨੂੰ ਭੇਜੇ। ਪਰ ਉਹਨੇ ਭੜਕਾਇਆ ਵੀ ਤੁਸੀਂ ਤੇ ਕਰਾਮਾਤੀ ਹੋ, ਤੁਸੀਂ ਜ਼ਿੰਦਗੀਆਂ ਲਾਈਆਂ ਆਪਣੀਆਂ, ਉਹਨਾਂ ਬੱਚਿਆਂ ਦੀ ਤੇ ਉਮਰ ਵੀ ਕੁਛ ਨਹੀਂ। ਬੱਚੇ ਦੱਸਦੇ ਆ ਇਹ, ਕਿਉਂਕਿ ਹਜ਼ਾਰਾਂ ਸਾਲਾਂ ਦੇ ਆ, ਉਮਰਾਂ ਰੋਕੇ ਹੋਏ ਵੀ ਉਹ ਨਿਆਣੇ ਨੇ। ਕੱਲ ਦੇ ਸਮੇਰ ਪਰਬਤ ਤੇ ਆ ਗਏ ਨੇ, ਆ ਲੋਹਾ ਰੀਪਾ ਤੇ ਹਾਰ ਮੰਨ ਕੇ ਆ ਗਿਆ। ਉਹ ਜਾਇਓ ਜਿਹੜਾ ਹਾਰੇਗਾ ਨਹੀਂ, ਉਹਨਾਂ ਨੂੰ ਹਰਾ ਕੇ ਆਵੇਗਾ। ਸਵਈਆ ਯੂੰ ਸੁਣ ਭੰਗਰ ਨਾਥ ਉਠਿਓ, ਮੋਜਿਆ ਇਸ ਦੇਹੋ ਬੇਲੋ ਕਹੂੰ ਜਾਏ। ਉਸ ਵੇਲੇ ਸਾਰੇ ਸਿੱਧਾਂ ਚੋਂ ਇੱਕ ਆਫਰ ਕੇ ਉੱਠਿਆ, ਉਹਦਾ ਨਾਂ ਸੀ ਭੰਗੜਨਾਥ, ਜਿਹਨੂੰ ਭੰਗਰਨਾਥ ਵੀ ਕਹਿੰਦੇ ਆ। ਗੁਰੂ ਕੋਲ ਆਇਆ, ਪੈਰੀ ਹੱਥ ਲਾਏ, ਆਦੇਸ਼ ਕੀਤੀ। ਕਹਿੰਦਾ ਗੁਰੂਦੇਵ ਜੇ ਮੈਨੂੰ ਥਾਪੜਾ ਦਓ ਨਾ ਤੇ ਮੈਂ ਦਿਨੇ ਤਾਰੇ ਵਿਖਾ ਦਿਆਂਗਾ, ਮੈਨੂੰ ਥਾਪੜਾ। ਜਦੋਂ ਭੰਗੜਨਾਥ ਦਾ ਰੂਪ ਵੇਖਿਆ ਤੇ ਗੁੱਸੇ 'ਚ ਸੜਿਆ ਪਿਆ ਜੀ, ਕ੍ਰੋਧ ਵਿੱਚ। ਕਹਿੰਦਾ ਕੌਣ ਹੁੰਦਾ ਜਿਹੜਾ ਮੇਰੇ ਗੁਰੂ ਤੇ ਸਿੱਧ ਮੰਡਲੀ ਨੂੰ ਨੀਚਾ ਵਿਖਾਵੇ? ਅੱਜ ਤੱਕ ਸਾਡੇ ਸਾਹਮਣੇ ਕੋਈ ਬੋਲਿਆ ਨਹੀਂ, ਸਾਡੇ ਸਾਹਮਣੇ ਕੋਈ ਗੁਰੂ ਆ ਕੇ ਟਿਕਿਆ ਨਹੀਂ। ਕੌਣ ਹੁੰਦੇ ਨੇ ਨਾਨਕ? ਮੈਂ ਵੇਖਾਂਗਾ। ਕਈ ਸਿੱਧ ਕਹਿੰਦੇ ਨਹੀਂ ਸਾਨੂੰ ਮੌਕਾ ਦਿਓ, ਇਹਨੂੰ ਰਹਿਣ ਦਿਓ। ਪਰ ਗੋਰਖਨਾਥ ਨੇ ਵੇਖਿਆ ਵੀ ਭੰਗੜਨਾਥ ਕ੍ਰੋਧੀ ਬਹੁਤ ਹੈ, ਹੰਕਾਰੀ ਬਹੁਤ ਹੈ, ਛੇਤੀ ਜਿੱਦ ਛੱਡਦਾ ਨਹੀਂ। ਉਹ ਸਮਰਥ ਅਰ ਹਮਰੇ ਸੰਗ, ਜਾਂ ਕਲ ਕਲ ਨ ਦੇਤ ਦਿਖਾਏ। ਭੰਗੜਨਾਥ ਆਪਣੀ ਹਉਮੈ 'ਚ ਕਹਿੰਦਾ ਜੀ ਕਲਯੁਗ ਦੇ ਸਮੇਂ 'ਚ ਕੋਈ ਸਮਰੱਥ ਨਹੀਂ ਜੋ ਭੰਗੜਨਾਥ ਦੇ ਸਾਹਮਣੇ ਬਹਿ ਕੇ ਗੱਲ ਕਰੇ।
ਕਮਾਲ ਦਾ ਹੰਕਾਰ ਹੈ। ਹੰਕਾਰੀ ਬੰਦਾ ਕਹਿੰਦਾ ਮੇਰੇ ਵਰਗਾ ਨਹੀਂ ਕੋਈ ਹੋ ਸਕਦਾ, ਤੇ ਧਾਰਮਿਕ ਬੰਦਾ ਕੀ ਕਹਿੰਦਾ ਜੀ? ਉਹ ਕਹਿੰਦਾ ਮੇਰੇ ਵਾਹਿਗੁਰੂ ਵਰਗਾ ਨਹੀਂ ਕੋਈ ਹੋ ਸਕਦਾ। ਫਰਕ ਹੈ ਨਾ ਦੋਨੇ ਗੱਲਾਂ 'ਚ। ਭੰਗੜ ਨਾਥ ਕਹਿੰਦਾ ਜੀ ਕਲਯੁਗ ਦੇ ਸਮੇਂ 'ਚ ਕੋਈ ਅਵਤਾਰ ਹੋਵੇ, ਰਿਸ਼ੀ ਹੋਵੇ, ਮੁਨੀ ਹੋਵੇ, ਮੇਰੇ ਤੋਂ ਵੱਡਾ ਕੌਣ ਹੈ? ਮੇਰੀ 8000 ਸਾਲ ਦੀ ਉਮਰ ਹੈ, ਮੈਂ ਇੰਨਾ ਤਪ ਕਰਦਾ, ਇੰਨੀ ਬੰਦਗੀ ਕਰਦਾ, ਇੰਨੀ ਮੇਰੀ ਤਪੱਸਿਆ ਹੈ, ਵੱਡੇ ਵੱਡੇ ਰਿਸ਼ੀ ਮੁਨੀਆਂ ਦੇ ਮੈਂ ਤਪ ਜਦ ਤੋੜ ਦਿੱਤੇ ਨੇ। ਕੌਣ ਹੈ ਮੇਰੇ ਸਾਹਮਣੇ ਜੋ ਇਸ ਯੁੱਗ ਦੇ ਵਿੱਚ ਆਪਣੇ ਆਪ ਨੂੰ ਅਵਤਾਰੀ ਦੱਸੇ? ਕਹਿ ਤੋ ਹਟਾਏ ਕੈ ਪਾਛੇ ਪਠਾਏ ਹੋ, ਨਾ ਤਰਿਆ ਨੋਂਗੋ ਪਾਏ ਲਗਾਏ। ਪਰ ਹੰਕਾਰਿਆ ਹੋਇਆ ਇੰਨੀ ਤੇ ਗੱਲ ਜਾਣ ਗਿਆ ਵੀ ਜੇ ਲੋਹਾ ਰੀਪਾ ਮੁੜ ਸਕਦਾ ਤੇ ਫਿਰ ਆਪਣਾ ਕੀ ਪਤਾ ਕੀ ਬਣੂਗਾ। ਕਹਿੰਦਾ ਗੁਰੂ ਜੀ ਜਾ ਤੇ ਮੈਂ ਉਹਨਾਂ ਨੂੰ ਤੁਹਾਡਾ ਚੇਲਾ ਬਣਾਉਂ, ਇੱਥੇ ਲਿਆਉਂਗਾ। ਜੇ ਨਾ ਲਿਆ ਸਕਿਆ ਨਾ ਫਿਰ ਸਮੇਰ ਪਰਬਤ ਤੋਂ ਥੱਲੇ ਲਾ ਦੂੰ ਉਹਨਾਂ ਨੂੰ, ਵਾਪਸ ਜਾਓ ਭਾਈ ਜਿਹੜੇ ਰਾਹ ਤੋਂ ਆਏ। ਤਾੜੀਆਂ ਵੱਜ ਗਈਆਂ ਸਿੱਧਾਂ ਦੀ ਇਸ ਕਚਹਿਰੀ ਵਿੱਚ ਵੀ ਆਹ ਠੀਕ ਹੈ, ਕਿਉਂਕਿ ਇਹਨੇ ਮਰਨ ਵਾਲੀ ਗੇਮ ਨਹੀਂ ਰੱਖੀ ਵੀ ਜੇ ਮੈਂ ਮਾरूं ਅੱਗੋਂ ਅਗਲੇ ਬਗਾਨੇ ਪੁੱਤ ਛੱਡਦੇ ਆ, ਫਿਰ ਮੈਂ ਆਖਾਂ ਪੱਥਰ ਉਲਟਾ ਦੂੰਗਾ ਤੇ ਕੀ ਪਤਾ ਪਹਾੜੀ ਸੁੱਟ ਦੇਣ। ਖਤਰਾ ਤੇ ਖਤਰਾ ਹੀ ਹੈ ਨਾ, ਬਰਾਬਰ ਹੀ ਹੁੰਦਾ ਏ। ਕਹਿੰਦਾ ਜਾ ਮੈਂ ਸਮੇਰ ਪਰਬਤ ਤੋਂ ਥੱਲੇ ਵਾਪਸ ਭੇਜੂ ਉਹਨਾਂ ਨੂੰ, ਜੇ ਨਾਲ ਆਏ ਅੱਗੇ ਆਉਣਗੇ ਤੇ ਗੁਰੂ ਜੀ ਤੁਹਾਡੇ ਪੈਰਾਂ 'ਚ ਲਿਆ ਕੇ ਬਿਠਾਉਂਗਾ ਤੇ ਤੁਸੀਂ ਕੰਨਾਂ 'ਚ ਮੁੰਦਰਾ ਪਵਾਇਓ, ਮੈਂ ਗੁਰੂ ਨਹੀਂ ਬਣਦਾ, ਗੁਰੂ ਗੋਰਖੀ ਰਹਿਣਾ। ਆਖੋ ਸਤਿਨਾਮ। ਸਾਰੀ ਸਭਾ 'ਚ ਹਾਹਾਕਾਰ ਮਚ ਗਈ, ਖੁਸ਼ੀ ਦਾ ਆਲਮ ਹੋ ਗਿਆ। ਤੇ ਜਦੋਂ ਸਾਰਿਆਂ ਨੇ ਵੋਟਾਂ ਪਾਤੀਆਂ, ਸਿਫਤ ਕਰਦੀ, ਭੰਗੜ ਨਾਥ ਪ੍ਰਸੰਨ ਹੋ ਗਿਆ। ਤਾਰਨ ਤੋਰਨ ਕੀ ਸ਼ਕਤੀ ਹਮ, ਤਾਰਨ ਤੋਰਨ ਕੀ ਸ਼ਕਤੀ ਮਮ, ਕੋ ਬਪਰਾ ਨਰ ਧੀਰ ਤਰਾਏ। ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕਹਿੰਦਾ ਕੌਣ ਵਿਚਾਰਾ ਕੀ, ਵਿਚਾਰਾ ਸ਼ਬਦ ਵਰਤਦਾ ਓ ਹੰਕਾਰਿਆ। ਕਹਿੰਦਾ ਮੇਰੇ 'ਚ ਇੰਨੀ ਸ਼ਕਤੀ ਹੈ ਮੈਂ ਆਪਣੇ ਹੱਥ ਨਾਲ ਤਾਰੇ ਤੋੜ ਸਕਦਾ। ਸੱਚੀ ਹੈਗੀ ਹੈ ਜੀ, ਕੋਈ ਸ਼ੱਕ ਥੋੜੀ ਹੈ, ਪਰ ਹੰਕਾਰ ਲੜ ਹੈ। ਕੌਣ ਕਹਿੰਦਾ ਸਿੱਧਾਂ 'ਚ ਕਰਾਮਾਤ ਨਹੀਂ ਸੀ? ਸਿੱਧਾਂ 'ਚ ਸ਼ਕਤੀ, ਬੜੀਆਂ ਸ਼ਕਤੀਆਂ ਸੀ। ਸਿੱਧ ਹਾਰਦੇ ਸੀ ਹੰਕਾਰ ਕਰਕੇ, ਕਿਉਂਕਿ ਹੰਕਾਰੀ ਬੰਦਾ ਜ਼ਿੰਦਗੀ 'ਚ ਕਦੇ ਵੀ ਜਿੱਤ ਨਹੀਂ ਸਕਦਾ। ਜਿੱਤਣ ਦੇ ਸੁਪਨਿਆਂ ਵਿੱਚ ਹੀ ਦੁਨੀਆ ਤੋਂ ਤੁਰ ਜਾਂਦਾ। ਆਖੋ ਸਤਿਨਾਮ। ਉਹਦੀ ਕੋਸ਼ਿਸ਼ ਰਹਿੰਦੀ ਇਹਨੂੰ ਵੀ ਹਰਾ ਦਿਆਂ, ਇਹਨੂੰ ਵੀ ਹਰਾ ਦਿਆਂ, ਆ ਵੀ ਖੋਲਾਂ, ਇਹਦੇ ਤੇ ਵੀ ਭਾਰੂ ਹੋ ਜਾ। ਹੁੰਦਾ ਕੁਛ ਨਹੀਂ। ਭੰਗੜ ਨਾਥ ਕਹਿੰਦਾ ਗੁਰੂ ਜੀ ਮੇਰੇ ਕੋਲ ਐਡੀ ਸਮਰੱਥਾ, ਮੈਂ ਤਾਰੇ ਤੋੜ ਸਕਦਾ ਅਸਮਾਨ ਦੇ। ਹੁਣ ਕਿੱਡੇ ਕਿੱਡੇ ਗ੍ਰਹਿ ਨੇ ਤਾਰੇ, ਤੇ ਆਗਿਆ ਦੇ ਦਿਓ। ਕਹਿੰਦਾ ਆਗਿਆ ਦੇ, ਜਾਓ ਹੇ ਰਿਸ਼ੀ, ਨਾਨਕ ਨੂੰ ਜਿੱਤ ਕੇ ਹੀ ਆਇਓ। ਆਖੋ ਸਤਿਨਾਮ। ਕਹਿੰਦਾ ਗੁਰੂਦੇਵ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ। ਭੰਗੜ ਨਾਥ ਚੱਲਿਆ ਗੁਰੂ ਨਾਨਕ ਸਾਹਿਬ ਨੂੰ ਘੇਰਨ ਵਾਸਤੇ, ਸਤਿਗੁਰੂ ਚੱਲੇ ਅਗਲੇ ਰਾਹ। ਜੋ ਕੁਝ ਹੋਏਗਾ ਜੀ ਨਵੇਂ ਨਕੂਰ ਪ੍ਰਸੰਗ ਨੇ, ਮਰਦ ਦੀ ਕਿਰਪਾ ਨਾਲ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।